पद पंकज बंदन पद पंकज बंदन सिमरो अंगद दोख निकंदन अमरदास गुर हृदय त्यावा हृदय त्यावा श्री गुरु रामदास गुण गावा श्री अर्जन विघ्न के नाशक विघ्न के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह बिसाला तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार तिन संतन को बंदना सिर चरणन पर तार वाहिगुरु साहिब जीओ दोहरा राय जगत के अवतरे सुख उपजे पज नाए नाए शीस कर बंदना जय जय श्री हर राय राय जगत के अवतरे सुख उपजे पज नाए नाए शीश कर बंदना जय जय श्री हर राय। वाहिगुरु जी का खालसा वाहिगुरु जी की फतेह। परम सत्कार और सन्मान योग गुरु रूप गुरु खालसा साध संगत जीओ, सतगुरां दी अपार किरपा मेहरामत दे सदका
ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਦੂ ਭਗਤ ਵਛਲ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ। ਨਿਹਚਲ ਚੌਰ ਛਤਰ ਤਖਤ ਕੇ ਮਾਲਕ ਸੱਚੇ ਪਾਤਸ਼ਾਹ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਦਇਆ ਮਇਆ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣ ਰਹੇ ਹਾਂ। ਸਾਹੇ ਸ਼ਹਿਨਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਕੇ ਪੁੰਜ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਪਿਛਲੇ ਸਮੇਂ ਤੋਂ ਬਹੁਤ ਸਤਿਕਾਰ ਸ਼ਰਧਾ ਦੇ ਨਾਲ ਆਪ ਸਭ ਸੰਗਤਾਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਜਥਾ ਪ੍ਰਸੰਗ ਪਿਛਲੀ ਦੀ ਬਾਣ ਵਿੱਚ ਆਪਾਂ ਸ਼ਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਘਰ ਦੀ ਮਹਿਮਾ, ਜਿਹੜੀ ਪ੍ਰਿਥੀ ਚੰਦ ਆਰੋ ਮਾਈ ਕਰਮੋਂ ਨੂੰ ਚੰਗੀ ਨਹੀਂ ਲੱਗਦੀ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਨਿੰਦਾ ਕਰਦੇ ਹੈ, ਹਿਰਦੇ ਵਿੱਚ ਬੁਰਾ ਚਿਤਵਦੇ ਹਨ। ਇਸ ਤਰ੍ਹਾਂ ਹੀ ਬੁਰਾ ਚਿਤਵਦਿਆਂ ਹੋਇਆਂ ਕਿਤੇ ਆਪਸ ਵਿੱਚ ਕਿਸੇ ਗੱਲੋਂ ਬੀਬੀ ਕਰਮੋਂ ਦਾ ਝਗੜਾ ਹੋਇਆ ਬਾਬਾ ਪ੍ਰਿਥੀ ਚੰਦ ਨਾਲ। ਕਰਮੋਂ ਮਿਹਣੇ ਮਾਰਦੀ ਹੈ ਵੀ ਵੇਖੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰੇ ਕਿੰਨੀਆਂ ਵਸਤੂਆਂ ਹਨ, ਜੇ ਕਿਤੇ ਤੁਸਾਂ ਨੇ ਸਤਿਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕੀਤੀ ਹੁੰਦੀ ਤੇ ਆਪਣੇ ਵੀ ਘਰ ਵਿੱਚ ਗੁਰਿਆਈ ਹੁੰਦੀ, ਕਿੰਨਾ ਮਾਲ ਸਬਾਬ ਜਿਹੜਾ ਉਹਨਾਂ ਘਰ ਆਪਣੇ ਘਰ ਹੁੰਦਾ। ਤੇ ਪ੍ਰਿਥੀ ਚੰਦ ਨੇ ਜਵਾਬ ਦਿੱਤਾ ਸੀ ਵੀ ਉਹਨਾਂ ਦੇ ਅੱਗੇ ਕੋਈ ਹੈ ਹੀ ਨਹੀਂ ਪੁੱਤਰ, ਦੂਰ ਦੀ ਸੋਚ ਤੇ ਖੁਸ਼ ਹੋ। ਜਿਹਦੇ ਘਰ ਪੁੱਤਰ ਨਹੀਂ ਉਹ ਸਾਰਾ ਸਾਜੋ ਸਮਾਨ ਸਮੇਤ ਗੁਰਤਾ ਦੇ ਸਾਰਾ ਆਪਣਾ ਹੈ, ਆਪਣੇ ਪੁੱਤਰ ਮਿਹਰਬਾਨ ਦਾ ਹੈ, ਹੋਰ ਕਿਹਨੂੰ ਦੇਣਗੇ। ਇਹ ਸਾਰੀ ਗੱਲ ਕੋਲ ਖੜੀ ਬੀਬੀ ਕਰਮੋਂ ਦੇ ਘਰ ਜਿਹੜੀ ਦਾਸੀ ਸੇਵਾ ਕਰਦੀ ਹੈ ਉਹਨੇ ਸੁਣੀ। ਤੇ ਇੱਕ ਦਿਨ ਫਿਰ ਇਹ ਦਾਸੀ ਬੀਬੀ ਕਰਮੋਂ ਦੇ ਘਰ ਵਾਲੀ ਜਿਹੜੀ ਹੈ ਇਹ ਮਾਤਾ ਗੰਗਾ ਜੀ ਦੇ ਘਰ ਜਿਹੜੀ ਦਾਸੀ ਸੇਵਾ ਕਰਦੀ ਉਹਦੇ ਪਾਸ ਪਹੁੰਚੀ। ਜਾਣਦੀਆਂ ਤਾਂ ਸਨ ਇੱਕੋ ਹੀ ਨਗਰ ਦੀਆਂ, ਅੰਮ੍ਰਿਤਸਰ ਸਾਹਿਬ ਦੀਆਂ ਸੂ। ਤੇ ਆਪਸ ਵਿੱਚ ਗੱਲਾਂ ਕਰਦਿਆਂ ਫਿਰ ਉਹ ਦੱਸ ਦਿੱਤਾ ਮਨ ਦਾ ਉਹ ਵਲਵਲਾ ਕਿ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਤਾਂ ਇਸ ਤਰ੍ਹਾਂ ਕਹਿੰਦੇ ਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਸਾਹਿਬਜ਼ਾਦਾ ਹੈ ਨਹੀਂ, ਔਲਾਦ ਹੈ ਨਹੀਂ, ਨਾ ਹੋਣੀ ਹੈ। ਤੇ ਸਾਰਾ ਕੁਝ ਫਿਰ ਪ੍ਰਿਥੀ ਚੰਦ ਦੇ ਘਰ ਹੀ ਜਾਵੇਗਾ ਨਾ ਬੀਬੀ ਕਰਮੋਂ ਦੇ, ਵੀ ਉਹ ਸੱਚ ਹੀ ਕਹਿੰਦੇ ਆ। ਹੁਣ ਇਹ ਦਾਸੀ ਸ਼ਰਧਾ ਵਾਲੀ ਸੀ, ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸੇਵਾ ਕਰਨ ਵਾਲੀ। ਕਹਿੰਦੀ ਨਾ ਭਾਈ, ਗੁਰੂ ਅਰਜਨ ਦੇਵ ਮਹਾਰਾਜ ਆਪ ਪਰਮੇਸ਼ਰ ਹਨ, ਸੱਚੇ ਪਾਤਸ਼ਾਹ ਦੀ ਖੌਰੇ ਕਿਹੜੀ ਮੌਜ ਹੈ। ਪਰ ਗੱਲ ਇਹ ਹੈ ਵੀ ਜਿਹੜੇ ਸਤਿਗੁਰਾਂ ਦੇ ਘਰ ਦਾ ਮਾੜਾ ਚਿਤਵਦੇ ਹੈ ਇਹਨਾਂ ਨੇ ਨਿੰਦਿਆ ਵਿੱਚ ਹੀ ਪਚ ਮਰ ਖਪ ਜਾਣਾ ਹੈ। ਇਸ ਤਰ੍ਹਾਂ ਦੇ ਬਚਨ ਨੇ ਦਾਸੀ ਨੇ ਆਖੇ। ਤੇ ਫਿਰ ਇੱਕ ਦਿਨ ਮਾਤਾ ਗੰਗਾ ਜੀ ਪਾਸ ਇਹ ਗੱਲ ਦੱਸੀ ਵੀ ਮਾਈ ਬੀਬੀ ਕਰਮੋਂ ਤੇ ਪ੍ਰਿਥੀ ਚੰਦ ਆਪਣੇ ਘਰ ਦੇ ਪ੍ਰਥਾਇਆ ਸੋਚ ਰੱਖਦੇ ਆ ਵੀ ਕਿਹੜਾ ਵੇਲਾ ਹੋਵੇ ਤੇ ਇਹ ਚੜ੍ਹਾਈ ਕਰਨ, ਅੱਖਾਂ ਮੀਟਣ ਤੇ ਸਾਰਾ ਕੁਝ ਸਾਡੇ ਪਾਸ ਆਵੇ। ਮਾਤਾ ਗੰਗਾ ਜੀ ਸੁਣ ਕੇ ਬਹੁਤ ਦੁਖੀ ਹੋਏ
ਸੰਧਿਆ ਸਮੇਂ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਘਰ ਆਏ, ਮਾਤਾ ਜੀ ਹੱਥ ਜੋੜ ਕੇ ਫਿਰ ਸਾਰੀ ਵਾਰਤਾ ਸੁਣਾਈ। ਹੈ ਸੱਚੇ ਪਾਤਸ਼ਾਹ, ਮਹਾਰਾਜ ਤੁਹਾਡੇ ਘਰੋਂ ਤਾਂ ਸੁੱਕੇ ਰੁੱਖ ਹਰੇ ਹੋ ਕੇ ਜਾਂਦੇ ਹੈ, ਸਾਰਾ ਸੰਸਾਰ ਵਰਸਾਇਆ ਜਾਂਦਾ ਹੈ, ਤੇ ਕੀ ਮਹਾਰਾਜ ਮੇਰੇ ਆਪ ਦਾਸੀ ਜਾਣ ਕੇ ਕਰਮਾਂ ਨੂੰ ਭਾਗ ਨਾ ਲਾਓਗੇ? ਸੱਚੇ ਪਾਤਸ਼ਾਹ ਜੀ ਪੁੱਛਦੇ ਆ ਵੀ ਕੀ ਕਾਰਨ ਹੈ ਗੰਗਾ, ਤੁਸੀਂ ਇਸ ਤਰ੍ਹਾਂ ਅੱਜ ਬਚਨ ਵਿਲਾਸ ਕਰਦੇ ਹੋ? ਆਖਿਆ ਮਹਾਰਾਜ ਕੀ ਦਸੀਏ, ਸ਼ਰੀਕ ਉਡੀਕਦੇ ਆ ਵੀ ਕਦੋਂ ਅੱਖਾਂ ਬੰਦ ਹੋਣ ਸਾਡੀਆਂ, ਤੇ ਕਦੋਂ ਇਹਨਾਂ ਦਾ ਸਾਰਾ ਮਾਲ ਸਬਾਬ ਸਾਂਭੀਏ। ਮਹਾਰਾਜ ਘਰ ਪਾ ਲੈਣਾ ਵੱਖਰੀ ਗੱਲ ਹੈ, ਘਰ ਸ਼ੋਭਦੇ ਮਹਾਰਾਜ ਚਾਨਣ ਨਾਲ ਹਨ, ਹਨੇਰੇ ਦੇ ਨਾਲ ਘਰਾਂ ਦੀ ਕੋਈ ਸ਼ੋਭਾ ਨਹੀਂ। ਗ੍ਰਹਿਸਥ ਜੀਵਨ ਸੁੰਦਰ ਤੋਂ ਹੈ, ਪਰ ਸੱਚੇ ਪਾਤਸ਼ਾਹ ਜੀ ਪੁੱਤਰ ਬਿਨਾਂ ਗ੍ਰਹਿਸਥ ਜੀਵਨ ਵੀ ਕਿਸੇ ਕਾਰਜ ਨਹੀਂ ਹੈ। ਬਾਕੀ ਆਪ ਜਾਣੀ ਜਾਣ ਹੋ, ਤੁਹਾਨੂੰ ਮਹਾਰਾਜ ਕੀ ਦੱਸਿਆ ਜਾਵੇ। ਫਿਰ ਵੀ ਮਹਾਰਾਜ ਵੀ ਦਾਸੀ ਨੇ ਮੈਨੂੰ ਦੱਸਿਆ ਵੀ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਇਹ ਮਨ ਵਿੱਚ ਆ ਵਿਚਾਰ ਰੱਖਦੇ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਬ ਕਲਾ ਸਮਰੱਥ, ਪਰ ਫਿਰ ਵੀ ਮਹਾਰਾਜ ਨੇ ਇੱਥੇ ਜਣਾਇਆ ਵੀ ਇਹੋ ਜਿਹੀਆਂ ਜਿਹੜੀਆਂ ਦਾਤਾਂ ਹਨ ਉਹ ਤਾਂ ਗੁਰੂ ਘਰ ਦੇ ਸਿੱਖ ਵੀ ਬਖਸ਼ ਸਕਦੇ ਹੈ, ਜਿਨ੍ਹਾਂ ਦੀ ਸਤਿਗੁਰਾਂ ਦੇ ਘਰ ਅੰਦਰ ਅਥਾਹ ਤੇ ਨਿਸ਼ਕਾਮ ਸੇਵਾ ਹੈ। ਆਖਿਆ ਜੇ ਪੁੱਤਰ ਦੀ ਇੱਛਾ ਪੂਰਨ ਕਰਾਉਣ ਦੀ ਇੱਛਾ ਹੈ, ਪੁੱਤਰ ਮੰਗਦੇ ਹੋ, ਝਬਾਲ ਠੱਠੇ ਲਾਗੇ ਬੀੜ ਜਿੱਥੇ ਸਤਿਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਜ਼ਮੀਨ ਜਾਇਦਾਦ ਹੈ, ਉਹਨਾਂ ਪਿੰਡਾਂ ਵਿੱਚ ਸਾਧੂ ਸੁਭਾਅ ਦੇ ਅਟਲ ਬਚਨਾਂ ਵਾਲੇ, ਸੇਵਾ ਵਿੱਚ ਪੂਰਨ, ਸੇਵਾ ਨਿਮਰਤਾ ਦੇ ਪੁੰਜ, ਬ੍ਰਹਮ ਗਿਆਨੀ ਤੇ ਸਤਿਗੁਰਾਂ ਦੇ ਦਰ ਕਰਦੇ ਅਨੇਨ ਸੇਵਕ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਸਾ ਰੱਖਦੇ ਉੱਥੇ ਸੇਵਾ ਸੰਭਾਲ ਰਹੇ ਹੈ। ਜਾਓ ਉਹਨਾਂ ਦੇ ਪਾਸ, ਉਹਨਾਂ ਦੇ ਮੁਖੋਂ ਜਿਹੜਾ ਬਚਨ ਨਿਕਲੇਗਾ ਉਹ ਪੂਰਾ ਹੋਏਗਾ। ਇਹ ਮਹਾਰਾਜ ਦੇ ਬਚਨ ਸੁਣੇ ਅਗਲੇ ਦਿਨ ਮਾਤਾ ਗੰਗਾ ਜੀ ਮਾਲ ਅਸਬਾਬ ਸਮੇਤ ਰਥਾਂ 'ਤੇ ਚੜ੍ਹ ਕੇ, ਬੇਅੰਤ ਘੋੜੇ ਸੰਗਤਾਂ ਮਗਰ ਹਨ, ਕੁਝ ਦਾਸੀਆਂ ਨਾਲ ਹਨ, ਪਾਲਕੀਆਂ ਰਥਾਂ 'ਤੇ ਚੜ੍ਹ ਚੜ੍ਹ ਕੇ ਮਾਤਾ ਜੀ ਦੇ ਨਾਲ ਸਿੱਖ ਸੰਗਤਾਂ ਪਹੁੰਚੀਆਂ। ਜਦੋਂ ਰਥਾਂ ਦੀ, ਨੇਮਾਂ ਦੀ, ਘੋੜਿਆਂ ਦੀਆਂ ਟਾਪਾਂ ਦੀ ਬੇਅੰਤ ਛਣਕਾਰ ਸੁਣੀ, ਬਾਬਾ ਬੁੱਢਾ ਸਾਹਿਬ ਜੀਆਂ ਕੋਲ ਖੜੇ ਸੇਵਕ ਨੂੰ ਪੁੱਛਿਆ ਵੀ ਇਹ ਕੌਣ ਹੈ ਜਿਹੜਾ ਇੰਨਾ ਸ਼ੋਰ ਮਚਾ ਰਹੇ ਹੈ? ਪੰਛੀ ਧਰਤੀ ਛੱਡ ਛੱਡ ਅਸਮਾਨ ਨੂੰ ਉੱਡੇ ਜਾਂਦੇ ਹੈ, ਮਿਰਗ ਕਿਵੇਂ ਡਾਰਾਂ ਬੰਨ ਬੰਨ ਕੇ ਸ਼ੋਰ ਨੂੰ ਸੁਣ ਕੇ ਵਿਆਕੁਲ ਹੋ ਰਹੇ, ਦੁਖੀ ਹੋ ਰਹੇ। ਕੋਈ ਰਾਜਾ ਚੱਲਿਆ? ਕੌਣ ਚੱਲਿਆ? ਇੰਨਾ ਖੜਾਕ ਪੈਂਦਾ। ਉਹਨੂੰ ਦੱਸਿਆ ਸਿੱਖ ਨੇ ਵੀ ਮਹਾਰਾਜ ਤਾਂ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਹਨ, ਗੁਰੂ ਕੇ ਅੰਮ੍ਰਿਤਸਰ ਸਾਹਿਬ ਤੋਂ ਆਏ, ਲੱਗਦਾ ਕਿਸੇ ਪਾਸੇ ਚੱਲੇ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਵੀ ਖੜ ਕੇ ਉੱਧਰ ਵੇਖਣ ਲੱਗੇ। ਜਦੋਂ ਲਾਗੇ ਰਥ ਆਏ, ਸੰਗਤਾਂ ਉਤਰੀਆਂ, ਮਾਤਾ ਜੀ ਵੀ ਉਤਰ ਕੇ ਪੈਦਲ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪਹੁੰਚੇ। ਤੇ ਸੁਭਾਅ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹੋਂ ਬਚਨ ਨਿਕਲੇ, ਕਿਉਂਕਿ ਸ਼ਾਨੋ ਸ਼ੌਕਤੀ ਐਸੀ ਸੀ। ਕਹਿੰਦੇ ਗੁਰੂ ਕਿਆਂ ਨੂੰ ਕਿੱਧਰ ਭਾਈ ਭਾਜੜ ਪੈ ਗਈ ਹੈ, ਕਿੱਧਰ ਦੀ ਤਿਆਰੀ ਕੀਤੀ ਗੁਰੂ ਕਿਆਂ ਨੇ? ਅੰਮ੍ਰਿਤਸਰ ਕੀ ਗੱਲ ਬਣੀ ਕੋਈ ਵੀ ਸਾਰੇ ਹੀ ਇੰਨਾ ਲਾਮ ਲਸ਼ਕਰ ਲੈ ਕੇ ਕਿਤੇ ਚੱਲੇ ਹੋ? ਮਾਤਾ ਗੰਗਾ ਜੀ ਬਹੁਤ ਘਬਰਾ ਗਏ, ਕਿਉਂਕਿ ਜਾਣੂ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਤੋਂ, ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ। ਤੋ ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤੀ ਹੈ। ਕੱਲ੍ਹ ਖਿਆਲ ਨਹੀਂ ਰਿਹਾ ਸਾਧ ਸੰਗਤ ਜੀ, ਕੋਈ 4-5 ਮੰਗਲ ਰਹਿੰਦੇ ਸੀ ਪਿੱਛੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੀਕਰ ਆਪਾਂ 6 ਪਾਤਸ਼ਾਹਾਂ ਦੇ ਮੰਗਲ ਸ਼ਰਵਣ ਕੀਤੇ ਸੀ। ਰਹਿੰਦੇ ਮੰਗਲ ਵੀ ਅੱਜ ਸ਼ਰਵਣ ਕਰਕੇ ਅੱਗੇ ਕਥਾ ਆਰੰਭ ਕਰੀਏ। ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਈਏ ਜੀ। ਆਖੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਏ ਜਗਤ ਕੇ ਅਵਤਰੇ। ਤੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਸੱਚੇ ਪਾਤਸ਼ਾਹ ਸੋਢੀ ਪ੍ਰੀਤਮ ਦਾ ਮੰਗਲ ਕਰਦੇ ਕਵੀ ਸੰਤੋਖ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕੌਣ ਹਨ? ਜਗਤ ਕਹੀਏ ਸੰਸਾਰ ਦੇ ਰਾਏ ਰਾਜੇ ਹਨ। ਸੰਸਾਰ ਦਾ ਰਾਜਾ ਕੌਣ ਹੈ? ਪਰਮੇਸ਼ਰ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਸੰਸਾਰ ਦੇ ਰਾਜੇ ਪਰਮੇਸ਼ਰ ਹੀ ਹੈ ਭਾਈ। ਰਾਜਾ ਰੂਪ ਜਿਨ੍ਹਾਂ ਅਵਤਾਰ ਧਾਰਿਆ ਹੈ, ਸੁਖ ਉਪਜੇ ਭਜ ਨਾਏ। ਤੇ ਜਿਨ੍ਹਾਂ ਦਾ ਨਾਇਕ ਹੀ ਨਾਮ ਭਜ ਧਿਆਉਣ ਦੇ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਆ। ਧੰਨ ਗੁਰੂ ਹਰਿ ਰਾਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਧਿਆਈਏ ਤੇ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਨਾਏ ਸੀਸ ਕਰ ਬੰਦਨਾ। ਇਹੋ ਜਿਹੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾ ਕਰਕੇ ਨਿਵਾ ਕਰਕੇ ਕਵੀ ਜੀ ਕਹਿੰਦੇ ਸਾਡੀ ਨਮਸਕਾਰ ਹੈ। ਜੈ ਜੈ ਸ਼੍ਰੀ ਹਰਿ ਰਾਏ। ਜੈ ਹੋਵੇ, ਜੈ ਜੈਕਾਰ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਸਤਿਗੁਰੂ ਜੀ ਆਪ ਜੀ ਦੀ। ਦੋਹਰਾ ਕ੍ਰਿਸ਼ਨ ਹਿਰਦਾ ਉਜਲ ਕਰ ਹੈ। ਤੇ ਅੱਗੇ ਬਾਲਾ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੱਚੇ ਸਤਿਗੁਰਾਂ ਦਾ ਪਵਿੱਤਰ ਮੰਗਲ ਕਰਦੇ ਕਵੀ ਜੀ। ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੱਚੇ ਪਾਤਸ਼ਾਹ ਮਹਾਰਾਜ ਕੈਸੇ ਹੈ? ਐਸੇ ਹੈ ਕ੍ਰਿਸ਼ਨ ਹਿਰਦਾ ਉਜਲ ਕਰ ਹੈ। ਕ੍ਰਿਸ਼ਨ ਨਾਮ ਸਾਧ ਸੰਗ ਜੀ ਕਾਲੇ ਦਾ। ਕਾਲੇ ਤੋਂ ਭਾਵ ਜਿਹੜਾ ਪਾਪਾਂ ਦੇ ਨਾਲ ਕਾਲਾ ਹੋ ਚੁੱਕਾ ਹਿਰਦਾ ਹੈ ਨਾ ਮਨ। ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਕਾਲੇ ਹੋਏ ਪਾਪਾਂ ਦੀ ਮੈਲ ਨਾਲ ਗੰਦਲੇ ਹੋਏ ਹਿਰਦੇ ਨੂੰ ਉਜਲ ਕਰਨ ਦੀ ਸਮਰੱਥਾ ਰੱਖਦੇ ਹੈ। ਪ੍ਰਥਮ ਰੂਪ ਸ਼੍ਰੀ ਵਿਸ਼ਨ। ਤੇ ਹੈ ਕੌਣ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ? ਉਹ ਹਨ ਪ੍ਰਥਮ ਰੂਪ ਸ਼੍ਰੀ ਵਿਸ਼ਨ। ਸ਼੍ਰੀ ਮਾਇਆ ਦਾ ਪਤੀ ਵਿਸ਼ਨੂੰ, ਉਹਦਾ ਪ੍ਰਥਮ ਪਹਿਲਾ ਰੂਪ ਖਾਲਸਾ ਜੀ ਕੌਣ ਹੈ? ਪਰਮੇਸ਼ਰ ਹੈ। ਕਿਉਂਕਿ ਜਿੰਨੇ ਵੀ ਆ ਵਿਸ਼ਨੂੰ ਹੈ, ਕ੍ਰਿਸ਼ਨ ਹੈ, ਤੇ ਆਦਿਕ ਜੋ ਵੀ ਹੈ ਦੇਵੀ ਦੇਵਤੇ ਇਹ ਪਰਮੇਸ਼ਰ ਦੀ ਭੇਜੇ ਆਪ ਦੀ ਥੋੜ੍ਹੀ ਥੋੜ੍ਹੀ ਅੰਸ਼ ਦੇ ਕੇ ਪਰਮੇਸ਼ਰ ਨੇ ਸਥਾਪਿਤ ਕੀਤੇ ਸਨ ਸੰਸਾਰ ਵਿੱਚ। ਤੋ ਵਿਸ਼ਨ ਮਹਾਂਵਿਸ਼ਨੂੰ ਪਰਮੇਸ਼ਰ ਅਕਾਲ ਪੁਰਖ ਜਾਂ ਵਿਸ਼ਨੂੰ ਦਾ ਪ੍ਰਥਮ ਪਹਿਲਾ ਰੂਪ ਕੀ ਹੈ? ਉਹ ਪਰਮੇਸ਼ਰ ਬ੍ਰਹਮ ਹੈ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹ ਪਰਮੇਸ਼ਰ ਹਨ, ਬ੍ਰਹਮ ਸਰੂਪ ਹਨ। ਵਿਸਨਾ ਰਹਿਤ ਵਿਸ਼ਿਆਨ ਕੀ। ਤੇ ਜਿਹੜਾ ਉਹਨਾਂ ਦਾ ਸਿਮਰਨ ਕਰਦਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਾ, ਉਹਦੇ ਅੰਦਰ ਬਿਸ ਨਾਮ ਜ਼ਹਿਰ ਦਾ ਹੈ। ਜ਼ਹਿਰ ਨਹੀਂ ਰਹਿੰਦੀ। ਕਾਹਦੀ? ਵਿਸ਼ਿਆਨ ਕੀ। ਵਿਸ਼ਿਆਂ ਵਕਾਰਾਂ ਦੀ ਜ਼ਹਿਰ ਮਰ ਜਾਂਦੀ ਹੈ। ਸਿਮਰ ਗੁਰੂ ਹਰਿਕ੍ਰਿਸ਼ਨ। ਇਸ ਕਰਕੇ ਇਹ ਮੇਰੇ ਮਨਾ ਸਦਾ ਸਿਮਰਨਾ ਕਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਲਾ ਪ੍ਰੀਤਮ ਸਤਿਗੁਰਾਂ ਤਾਈਂ। ਦੋਹਰਾ ਤੇਗ ਬਹਾਦਰ ਸਤਿਗੁਰੂ। ਅੱਗੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਮੰਗਲ ਕਵੀ ਜੀ ਕਰਦੇ ਹੈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਗਰੀਬ ਨਵਾਜ ਸੱਚੇ ਗੁਰੂ ਜੋ ਹਨ। ਦੇਸ਼ ਤ੍ਰਣ ਉਦਬੇਗ। ਜਿਹੜੇ ਵੈਰੀਆਂ ਨੂੰ ਉਦਵੇਗ ਨਾਮ ਕਾਹਲੀ ਦਾ, ਘਬਰਾਹਟ ਦਾ ਸੱਚੇ ਪਾਤਸ਼ਾਹ ਜੀ ਭੈ ਦੇਣ ਵਾਲੇ ਹੈ, ਸ਼ੋਕ ਦੇਣ ਵਾਲੇ, ਕਾਹਲੀ ਦੇਣ ਵਾਲੇ ਹੈ। ਉਹ ਹੈ ਸੀ ਨਾ ਰੰਗੇ ਵਰਗੇ, ਕਿੱਥੇ ਭੈ ਮੰਨਦੇ ਸੀ ਕਿਸੇ ਹੋਰ ਦਾ। ਪਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਔਰੰਗਜ਼ੇਬ ਵਰਗੇ ਵੀ ਥਰ ਥਰ ਕੰਬਣ ਲਾ ਦਿੱਤੇ ਸੀ। ਮੁੱਖੋਂ ਬਚਨ ਕਰਕੇ ਵੀ ਔਰੰਗਜ਼ੇਬ ਤੈਂ ਦੋ ਤੋਂ ਇੱਕ ਕਰਨ ਨੂੰ ਫਿਰਦਾ ਨਾ। ਹਿੰਦੂ ਮੁਸਲਮਾਨ ਇੱਕੋ ਹੀ ਹੋ ਜਾਣ। ਮੁਸਲਮਾਨ ਦੋ ਤੋਂ ਇੱਕ ਨਹੀਂ ਹੋਣੇ ਤਾਂ ਪਰਮੇਸ਼ਰ ਦੀ ਰਜਾ ਹੈ। ਦੋ ਤੋਂ ਤਿੰਨ ਹੋਣਗੇ ਖਾਲਸਾ ਪ੍ਰਗਟ ਹੋਵੇਗਾ। ਇਹੋ ਜਿਹੇ ਬਚਨ ਕੀਤੇ ਤੇ ਥਰ ਥਰ ਕੰਬਣ ਲਾ ਦਿੱਤੇ ਸੀ ਇਹ ਔਰੰਗੇ ਵਰਗੇ ਪਾਪੀ। ਤੋ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਗਰੀਬ ਨਵਾਜ ਦੁਸ਼ਮਣਾਂ ਨੂੰ ਘਬਰਾਹਟ ਦੇਣ ਵਾਲੇ, ਸ਼ੋਕ ਦੇਣ ਵਾਲੇ ਹਨ। ਬੇਗ ਧਾਰ ਰੱਛਹਿ ਜਨਨ। ਤੇ ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਨਾ ਤੇ ਬੇਗ ਧਾਰ, ਬੇਗ ਕਾਲੀ ਧਾਰ ਕੇ ਬੜੀ ਜਲਦੀ ਨਾਲ ਉਹਨਾਂ ਦੀ ਰੱਛਿਆ ਕਰਦੇ ਹੈ। ਹਿੰਦੂਆਂ ਨੂੰ ਸਾਧ ਸੰਗਤ ਦੀ ਤਿਲਕ ਜਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰਸੀ ਨ ਉਚਰੀ। ਸਾਧਨ ਹੇਤ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨ ਦੀਆ।
ਠੀਕਰ ਫੋਰ ਦਿਲੀਸ ਸਿਰ ਪ੍ਰਭੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਸ਼ਮੀਰੀ ਪੰਡਤਾਂ ਯਾਦ ਕੀਤਾ ਸੀ ਨਾ, ਤੇ ਕਿਹਾ ਜਾ ਕਰਕੇ ਔਰੰਗੇ ਨੂੰ ਕਹੋ ਵੀ ਸਾਡੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਹੈ, ਉਹਨਾਂ ਨੂੰ ਮਨਾ ਲਓ। ਜੇ ਬਣਦੇ ਆ ਇਸਲਾਮ ਕਬੂਲ ਕਰਦੇ ਅਸੀਂ ਸਾਰੇ ਹੀ ਬਣ ਜਾਵਾਂਗੇ। ਤੇ ਇਸ ਤਰ੍ਹਾਂ ਮਹਾਰਾਜ ਨੇ ਸੀਸ ਦੇ ਕਰਕੇ ਖਾਲਸਾ ਜੀ ਇਹ ਹਿੰਦੁਸਤਾਨ ਦੀ ਪੱਤ ਰੱਖੀ ਗੁਰੂ ਗਰੀਬ ਨਵਾਜ ਜੀਆਂ। ਇਹੋ ਜਿਹੇ ਧੰਨ ਗੁਰੂ ਤੇਗ ਬਹਾਦਰ ਜੀ ਕਾਹਲੀ ਦੇ ਨਾਲ ਬੜੀ ਛੇਤੀ ਨਾਲ ਆਪਦੇ ਸਿੱਖਾਂ ਸੇਵਕਾਂ ਦੀ ਪਿਆਰਿਆਂ ਦੀ ਰੱਖਿਆ ਕਰਦੇ ਆ। ਗਿਰਾ ਦੁਸ਼ਟ ਪਰ ਤੇਗ, ਤੇ ਜਿਨ੍ਹਾਂ ਦੀ ਜਿਹੜੀ ਗਿਰਾ ਬੋਲੀ ਬਾਣੀ ਆ ਨਾ, ਰਸਨਾ ਤੋਂ ਨਿਕਲੇ ਹੋਏ ਸ਼ਬਦ, ਉਹ ਦੁਸ਼ਟਾਂ ਦੇ ਉੱਪਰ ਤੇਗ ਵਾਂਗੂ ਕੰਮ ਕਰਦੇ ਆ। ਇੱਕੋ ਬਚਨ ਦੇ ਨਾਲ ਹੀ ਜੋ ਚਾਹੁਣ ਸੱਚੇ ਪਾਤਸ਼ਾਹ ਜੀ ਕਰ ਸਕਦੇ ਆ। ਮਹਾਰਾਜ ਨੇ ਸਾਰਾ ਇਹ ਔਰੰਗਜ਼ੇਬ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਵੀ ਤੇਰਾ ਹਸ਼ਰ ਕੀ ਹੋਣ ਵਾਲਾ ਹੈ, ਕਿਉਂਕਿ ਤੈਂ ਪਾਪੀ ਹੈ, ਪਾਪ ਕਮਾਉਂਦਾ ਹੈ। ਤੇ ਮਹਾਰਾਜ ਦੇ ਬਚਨ ਸਮਾਂ ਪਾ ਕਰਕੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੂਰਨ ਕਰ ਦਿੱਤੇ ਸੀ। ਇਸ ਲਈ ਕਵੀ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮੁਖੋਂ ਨਿਕਲੇ ਹੋਏ ਬਚਨ ਹੀ ਦੁਸ਼ਟਾਂ ਦੇ ਉੱਪਰ ਤੇਗ ਵਾਂਗੂ ਵਰਦੇ ਆ। ਦੋਹਰਾ ਸਿੰਘ ਮ੍ਰਿਗਨ ਰਿਪ ਬ੍ਰਿੰਦ ਕੋ। ਇਧਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਮੰਗਲ ਕਵੀ ਜੀ ਕਰਦੇ ਆ। ਸੱਚੇ ਪਾਤਸ਼ਾਹ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੈਸੇ ਹਨ? ਕਹਿੰਦੇ ਜਿਵੇਂ ਮ੍ਰਿਗਾਂ ਹਰਨਾਂ ਦੇ ਉੱਪਰ ਸਿੰਘ ਹੁੰਦਾ ਨਾ, ਸਿੰਘ ਬੁੱਕੇ ਮ੍ਰਿਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਸ਼ੇਰ ਗੱਜਦਾ ਹੈ ਤੇ ਮ੍ਰਿਗਾਂ ਨੂੰ ਹਰਨਾਂ ਨੂੰ ਲੁਕਣ ਨੂੰ ਥਾਂ ਨਹੀਂ ਲੱਭਦੀ। ਹਜ਼ਾਰਾਂ ਦੀਆਂ ਡਾਰਾਂ ਹਰਨਾਂ ਦੀਆਂ ਜਿਹੜੀਆਂ ਉਹ ਚੁੰਬੀਆਂ ਭਰਦੀਆਂ ਭੱਜ ਜਾਂਦੀਆਂ ਦੌੜਦੀਆਂ। ਜਿਵੇਂ ਸਿੰਘ ਨੂੰ ਵੇਖ ਕੇ, ਸ਼ੇਰ ਨੂੰ ਵੇਖ ਕੇ ਹਰਨ ਭੱਜਦੇ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸ਼ੇਰ ਰੂਪ ਹੈ ਦੁਸ਼ਮਣ ਵਾਸਤੇ। ਸਭ ਦੁਸ਼ਮਣ ਮਹਾਰਾਜ ਤੋਂ ਬੜੇ ਚੱਲਦੇ ਹੈ, ਭੈ ਮੰਨਦੇ ਆ, ਡਰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜੀਆਂ 10-10 ਲੱਖ ਫੌਜ ਦੇ ਨਾਲ 40-40 ਸਿੰਘ ਲੜਾ ਕਰਕੇ ਦੁਸ਼ਮਣ ਨੂੰ ਭਾਜੜਾਂ ਪਾਈਆਂ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਮੁਕਤਸਰ ਸਾਹਿਬ ਦੀ ਜੰਗ ਕੀ ਖਾਲਸਾ ਜੀ 40 ਜੰਗਾਂ ਗੁਰੂ ਗਰੀਬ ਨਵਾਜ ਮਹਾਰਾਜ ਨੇ ਲੜ ਕੇ ਤੇ ਇਹ ਸਾਬਤ ਕੀਤਾ ਵੀ ਗੁਰੂ ਕਲਗੀਧਰ ਮਹਾਰਾਜ ਸਿੰਘ ਹਨ, ਸ਼ੇਰ ਹਨ। ਤੇ ਜਿਹੜੇ ਤੁਰਕਸਾਨੇ ਹਰਨਾਂ ਵਰਗੇ ਐ, ਮੁੜ ਕੇ ਝੂਠੀਆਂ ਸਹੁੰਆਂ ਖਾਂਦੇ ਫਿਰੇ ਸੀ, ਆਪਦੇ ਪੰਮੇ ਪ੍ਰੋਤ ਵਰਗਿਆਂ ਨੂੰ ਭੇਜ ਸੁਲਾਹ ਸਫਾਈਆਂ ਕਰਦੇ ਰਹੇ। ਤੇ ਮੁੜ ਕੇ ਔਰੰਗੇ ਵਰਗੇ ਬੇਨਤੀਆਂ ਕਰਦੇ ਰਹੇ, ਮਹਾਰਾਜ ਇੱਕ ਵਾਰੀ ਦਰਸ਼ਨ ਦਿਓ ਮੈਨੂੰ। ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਰੂਪ ਹੈ। ਇਹ ਤੁਰਕ ਸਾਰੇ ਮਹਾਰਾਜ ਨੇ ਹਰਨ ਬਣਾ ਛੱਡੇ ਸੀ, ਭਾਜੜਾਂ ਪਾ ਛੱਡੀਆਂ ਸਨ। ਮਹਾਬਲੀ ਨਰ ਸਿੰਘ, ਤੇ ਪਰਮੇਸ਼ਰ ਦੇ ਨਰਸਿੰਘ ਅਵਤਾਰ ਵਾਂਗੂ ਬੜੇ ਬਲ ਵਾਲੇ ਮਹਾਬਲੀ ਯੋਧੇ ਸੂਰਮੇ ਹਨ। ਸਿੰਘ ਪੰਥ ਕੇ ਮੂਲ ਦ੍ਰਿੜ, ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੀ ਪੱਕੀ ਮੂਲ ਹਨ, ਜੜ ਹਨ। ਸੱਚੇ ਪਾਤਸ਼ਾਹ ਜੀ ਭਾਜ ਸ਼੍ਰੀ ਗੋਬਿੰਦ ਸਿੰਘ, ਇਸ ਕਰਕੇ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਖਾਲਸਾ ਪੰਥ ਦੇ ਮੁੱਢ ਜਿਹੜੇ ਇਹਨਾਂ ਨੂੰ ਧਿਆਉਣਾ ਕਰ ਮੇਰਿਆ ਮਨਾ। ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰਨਾ ਕਰ। ਦੋਹਰਾ ਰਚੋ ਰਾਸ ਅਬ ਤੀਸਰੀ। ਚਾਹੇ ਖਾਲਸਾ ਜੀ ਤੀਜੀ ਰਾਸ ਆਰੰਭ ਹੋ ਹੀ ਚੁੱਕੀ ਹੈ, ਪਰ ਉਹ ਫਿਰ ਮੰਗਲ ਜਿਹੜੇ ਆਪਾਂ ਨਾਲ ਕੀਤੇ ਸੀ 3-3 4-4 ਅੱਜ 3 ਕੁ ਦਿਨ ਹੋਏ ਆ ਤੀਸਰੀ ਰਾਸ ਆਰੰਭ ਹੋਈ ਨੂੰ। ਕਵੀ ਜੀ ਕਹਿੰਦੇ ਭਾਈ 10 ਪਾਤਸ਼ਾਹਾਂ ਦਾ ਮੰਗਲ ਕਰਨ ਦੇ ਉਪਰੰਤ ਹੁਣ ਤੀਜੀ ਰਾਸ ਮੈਂ ਆਰੰਭ ਕਰ ਰਿਹਾ ਹਾਂ। ਸਤਿਗੁਰ ਸੁਜਸ ਵਿਸ਼ਾਲ, ਜਿਸ ਤੀਸਰੀ ਰਾਸ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜੀਵਨ ਕੌਤਕ ਹੋਣਗੇ ਤੇ ਬੜਾ ਭਾਰੀ ਜਸ ਹੋਵੇਗਾ। ਨਮਸਕਾਰ ਕਰ ਸਭਨ ਕੋ, 10 ਪਾਤਸ਼ਾਹੀਆਂ ਮਹਾਰਾਜ ਸਤਿਗੁਰਾਂ ਦੇ ਪਾਵਨ ਸਰੂਪਾਂ ਨੂੰ ਮੇਰੀ ਨਮਸਕਾਰ ਕੀਤੀ ਹੈ। ਬਿਘਨ ਬ੍ਰਿੰਦ ਕੋ ਟਾਲ, ਤੇ ਇਹ ਬੇਨਤੀ ਮਹਾਰਾਜ ਕਿਰਪਾ ਕਰਨੀ ਗ੍ਰੰਥ ਲਿਖਣ ਲੱਗਿਆਂ ਪੈਣ ਵਾਲੇ ਸਾਰੇ ਵਿਘਨਾਂ ਨੂੰ ਟਾਲ ਦੇਣਾ। ਅਥਵਾ ਇਹ ਜਿਹੜਾ ਬੁਲਾਰਾ ਫਿਰੇ ਅਰਦਾਸ ਕਰੇ ਬਖਤਾ ਵੀ ਸੱਚੇ ਪਾਤਸ਼ਾਹ ਤੁਹਾਡੇ ਪਾਵਨ ਪਵਿੱਤਰ ਚਰਨਾਂ ਦਾ ਓਟ ਆਸਰਾ ਲੈ ਕੇ ਤੀਜੀ ਰਾਸ ਆਰੰਭ ਹੋ ਰਹੀ ਹੈ। ਕਥਾ ਕਰਦਿਆਂ ਭੁੱਲਾਂ ਬਖਸ਼ ਲੈਣੀਆਂ ਤੇ ਗਰੀਬ ਨਵਾਜ ਮਿਹਰਾਮਤ ਕਰਨੀ। ਕਥਾ ਵਿੱਚ ਪੈਣ ਵਾਲੇ ਵਿਘਨਾਂ ਨੂੰ ਟਾਲਣਾ, ਮਿਹਰ ਭਰਿਆ ਹੱਥ ਰੱਖ ਕਰਕੇ ਇਹ ਤੀਸਰੀ ਰਾਸ ਸੰਪੂਰਨ ਕਰਵਾ ਲੈਣੀ।
ਬੁੱਢੇ ਸ਼੍ਰੋਣ ਸੁਣ ਕੈ ਜਵਾਬ ਦੀਨ ਭਨ ਕੈ। ਵਾਹਿਗੁਰੂ। ਤੋਂ ਅੱਗੋਂ ਸਾਧ ਸੰਗਤ ਜੀ ਅੱਗੇ ਹੁਣ ਉਹ ਕੱਲ ਵਾਲਾ ਪ੍ਰਸੰਗ ਜਿਹੜਾ ਰਹਿੰਦਾ ਉਹ ਸਰਵਣ ਕਰੀਏ ਜੀ। ਜਦੋਂ ਮਾਤਾ ਗੰਗਾ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਜਿਵੇਂ ਹੁਕਮ ਹੋਏ ਸੀ, ਤੇ ਮਾਤਾ ਜੀ ਇੱਥੇ ਬੀੜ ਬਾਬਾ ਬੁੱਢਾ ਸਾਹਿਬ ਪਹੁੰਚੇ, ਤੇ ਬਾਬਾ ਬੁੱਢਾ ਸਾਹਿਬ ਦੀਆਂ ਸੁਭੈਗ ਬਚਨ ਕੀਤੇ ਵੀ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪਈਆਂ ਹਨ। ਸੁਣਦਿਆਂ ਸਾਰੀ ਜਾਣ ਗਏ ਮਾਤਾ ਜੀ ਵੀ ਇਹਨਾਂ ਦੇ ਕਦੇ ਬਚਨ ਉਹ ਕਦੇ ਵੀ ਵਿਅਰਥ ਨਹੀਂ ਜਾਂਦੇ, ਤੇ ਕੰਬਦੇ ਹੋਏ ਆਪ ਬੋਲੇ ਨਾ। ਫਿਰ ਦਾਸੀ ਨੇ ਅੱਗੇ ਹੋ ਕੇ ਆਖਿਆ, ਹੇ ਮਹਾਂਪੁਰਸ਼ੋ, ਇਹ ਮਾਤਾ ਗੰਗਾ ਜੀ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹਨਾਂ ਦੇ ਮਨ ਵਿੱਚ ਪੁੱਤਰ ਦੀ ਇੱਛਾ ਪੂਰੀ ਕਰਨ ਵਾਸਤੇ ਤੁਹਾਡੇ ਬਾਬਤ ਬਚਨ ਕੀਤਾ ਸੀ ਵੀ ਜੇ ਉਹ ਵਰਦਾਨ ਦੇ ਦੇਣ ਤੇ ਜ਼ਰੂਰ ਮਹਾਬਲੀ ਯੋਧਾ ਸੂਰਮਾ ਪੈਦਾ ਹੋਵੇਗਾ। ਤੋ ਇਸ ਕਰਕੇ ਮਹਾਂਪੁਰਸ਼ੋ ਮਾਤਾ ਗੰਗਾ ਜੀ ਤੁਹਾਡੇ ਪਾਸ ਪੁੱਤਰ ਦਾ ਵਰਦਾਨ ਲੈਣ ਵਜੋਂ ਆਪਦੀ ਚਰਨਾਂ ਵਿੱਚ ਹਾਜ਼ਰ ਹੋਏ ਹੈ। ਇਹ ਬਚਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਸੁਣੇ ਹੈ, ਅੱਗੋਂ ਇਸ ਤਰ੍ਹਾਂ ਜਵਾਬ ਦਿੱਤਾ ਹੈ। ਤਨੂਜ ਕਾਹ ਮੋਹਿ ਟਿਕ ਕਾਹੀ ਗੁਰ ਧਾਮ ਕੋ। ਆਖਿਆ, ਭਾਈ ਗੁਰਸਿੱਖੋ, ਸੰਗਤ ਜੀ, ਸਾਡੇ ਪਾਸ ਭਾਈ ਪੁੱਤਰ ਦੇਣ ਦਾ ਬਲ ਕਿੱਥੇ, ਵਰਦਾਨ ਕਿੱਥੇ ਹੈ ਸਾਡੇ ਪਾਸ। ਸਾਡੇ ਕੋਲ ਵਰਦਾਨ ਦੇਣ ਦੀ ਸ਼ਮਤਾ ਨਹੀਂ। ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਾਈ ਹਾਂ। ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਖੇਤਾਂ 'ਚੋਂ ਘਾਹ ਵੱਢਣ ਵਾਲੇ ਹਾਂ। ਰਾਖਾ ਰਾਹਾਂ ਬੀੜ ਕੋ ਸ਼ਕਤ ਮੋ ਮੈਂ ਕਹਾਸ। ਵੀ ਸਾਡੇ ਵਿੱਚ ਇਹੋ ਜਿਹੀ ਕਿੱਥੇ ਸ਼ਕਤੀ ਵੀ ਜੇ ਸਾਡੇ ਬਚਨ ਨਾਲ ਪੁੱਤਰ ਪੈਦਾ ਹੋ ਜਾਵੇ। ਇਹ ਨਿਮਰਤਾ ਬਾਬਾ ਜੀ ਦੀ। ਸਾਡੇ ਵਿੱਚ ਇੰਨੀ ਜਿਹੜੀ ਵੈ ਉਹ ਹੈ ਨਹੀਂ, ਸ਼ਕਤੀ ਬਲ ਨਹੀਂ ਹੈ ਵੀ ਅਸੀਂ ਬਚਨ ਕਰੀਏ ਤੇ ਪੁੱਤਰ ਪੈਦਾ ਹੋਵੇ। ਅਸੀਂ ਤਾਂ ਰਾਖੇ ਹਾਂ ਗੁਰੂ ਘਰ ਦੇ, ਇੱਥੇ ਮਈਆਂ ਚਾਰਨ ਵਾਲੇ ਹਾਂ ਭਾਈ। ਅਸੀਂ ਤਾਂ ਘਾਹ ਖੋਤਣ ਵਾਲੇ ਘਾਈ ਹਾਂ। ਸੇਵਕ ਸਦਾ ਕੇ ਕਰ ਕਾਮ ਅਭਿਰਾਮ ਕੋ। ਤੇ ਮਹਾਰਾਜ ਦੇ ਘਰ ਦੇ ਸਦਾ ਵਾਸਤੇ ਅਸੀਂ ਸੇਵਕ ਹਾਂ ਭਾਈ। ਮੁੱਢ ਕਦੀਮੋਂ 12 ਵਰਿਆਂ ਤੋਂ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਘਰ ਦੇ ਅਸੀਂ ਤਾਂ ਭਾਂਡੇ ਮਾਂਜਣ ਵਾਲੇ ਝਾੜੂ ਬਰਦਾਰ ਹਾਂ ਭਾਈ। ਤੇ ਸਦਾ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਹੈ ਅਸੀਂ ਉਸ ਤਰ੍ਹਾਂ ਸੇਵਾ ਕਰਨ ਵਾਲੇ ਹਾਂ। ਆਪ ਗੁਰ ਪੂਰਨ ਹੈ ਪੂਰਤ ਮਨੋਰਥਨ। ਤੇ ਬਾਕੀ ਗੁਰੂ ਅਰਜਨ ਦੇਵ ਮਹਾਰਾਜ ਆਪ ਪੂਰਨ ਆ ਭਾਈ, ਸਮਰੱਥ ਸਰਬ ਕਲਾ। ਉਹ ਆਪੇ ਹੀ ਤੁਹਾਡੇ ਮਨੋਰਥ ਤੇ ਪੁੱਤਰ ਦੀ ਇੱਛਾ ਗੁਰੂ ਅਰਜਨ ਦੇਵ ਮਹਾਰਾਜ ਆਪ ਪੂਰੀ ਕਰ ਦੇਵਣਗੇ। ਜਾਚਤ ਹਜ਼ਾਰੋਂ ਦਾਸ ਲੇਹ ਤਿਨ ਨਾਮ ਕੋ। ਜਿਨ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਲੈ ਲੈ ਕੇ ਹਜ਼ਾਰਾਂ ਲੋਕ ਜਿਹੜੇ ਵੈ ਉਹ ਆਪਦੀ ਇੱਛਾ ਪੂਰੀਆਂ ਕਰ ਸਕਦੇ, ਤੇ ਕੀ ਮਾਤਾ ਗੰਗਾ ਜੀ ਦੀ ਇੱਛਾ ਨਾ ਪੂਰੀ ਕਰਨਗੇ? ਜ਼ਰੂਰ ਕਰਨਗੇ। ਸਾਡੇ ਪਾਸ ਕੁਝ ਨਹੀਂ ਭਾਈ। ਅਸੀਂ ਤਾਂ ਚਰਵਾਏ ਹਾਂ ਮਹਾਰਾਜ ਦੇ ਘਰ ਦੀਆਂ ਮਈਆਂ ਚਾਰਨ ਵਾਲੇ ਭਾਈ, ਗੁਰੂ ਕੇ ਪਸ਼ੂਆਂ ਦੀ ਸੇਵਾ ਕਰਨ ਵਾਲੇ। ਸਾਡੇ ਪਾਸ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਪਾਸ ਜਾਓ ਭਾਈ, ਉਹ ਸਮਰੱਥ ਹੈ। ਜਿਨ੍ਹਾਂ ਦਾ ਨਾਮ ਲੈ ਲੈ ਕੇ ਸਾਰਾ ਸੰਸਾਰ ਤਰ ਗਿਆ, ਸਭ ਦੀਆਂ ਇੱਛਾ ਜਿਨ੍ਹਾਂ ਪੂਰੀਆਂ ਕੀਤੀਆਂ, ਉਹ ਇਹ ਕਾਰਜ ਕਰ ਸਕਦੇ ਹੈ। ਕੋਸ ਹੋਹਿ ਸੈਂਕਰੇ ਅਰਾਧੇ ਜਨ ਭੈ ਤਰੇ। ਵੀ ਕੋਹਾਂ ਦੂਰ ਵੀ ਜੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਆਧਾਰ ਆਰਾਧਦਾ ਹੈ ਨਾ, ਜਪਦਾ ਹੈ, ਤੇ ਸੱਚੇ ਪਾਤਸ਼ਾਹ ਜੀ ਉਹਨੂੰ ਵੀ ਤਾਰ ਦਿੰਦੇ ਆ। ਕਿੰਨਿਆਂ ਦਾ ਕਲਿਆਣ ਦੂਰੋਂ ਹੀ ਮਹਾਰਾਜ ਨੂੰ ਧਿਆਉਂਦਿਆਂ ਹੋ ਜਾਂਦਾ ਹੈ। ਸਹਾਇ ਜਾਏ ਕੈ ਕਰੈ ਬਿਦਾਰ ਰਿਪ ਬਾਮ ਕੋ। ਤੇ ਆ ਖੋਟੇ ਦੁਸ਼ਮਣਾਂ ਦਾ ਨਾਸ਼ ਕਰ ਦਿੰਦੇ ਐ, ਸਹਾਇਤਾ ਕਰਦੇ। ਦੂਰ ਵੀ ਜੇ ਕੋਈ ਯਾਦ ਕਰੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ, ਉਹ ਤਾਂ ਉੱਥੇ ਪਹੁੰਚ ਕੇ ਉਹਨਾਂ ਦੀ ਸਹਾਇਤਾ ਕਰ ਦਿੰਦੇ ਆ। ਤੇ ਕੀ ਆਪਦੇ ਘਰ ਵਿੱਚ ਮਹਾਰਾਜ ਨਾ ਕਲਾ ਵਰਤਾਉਣਗੇ? ਜ਼ਰੂਰ ਵਰਤਾਵਣਗੇ। ਮੌਨ ਪੁੰਨ ਧਾਰੀ ਸੁਣ ਗੰਗਾ ਜਾ ਨਿਰਾਸ ਭਈ। ਤੇ ਇਹ ਕਹਿ ਕੇ ਹੁਣ ਬਾਬਾ ਬੁੱਢਾ ਸਾਹਿਬ ਜੀਆਂ ਚੁੱਪ ਹੋ ਗਏ, ਫੇਰ ਨਹੀਂ ਬੋਲੇ। ਮਾਤਾ ਗੰਗਾ ਜੀ ਬੜੀ ਆਸ ਲੈ ਕੇ ਆਏ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਇਹੋ ਜਿਹੇ ਬਚਨ ਸੁਣ ਕੇ ਵੀ ਸਾਡੇ ਭਾਈ ਵਰਦਾਨਾ ਵਿੱਚ ਕਿੱਥੇ ਪੁੱਤਰ ਦਾ ਵਰ ਦੇਣ ਦਾ ਬਲ ਹੈ। ਅਸੀਂ ਤਾਂ ਘਾਈ ਹਾਂ ਗੁਰੂ ਘਰ ਦੀਆਂ ਮਈਆਂ ਚਾਰਨ ਵਾਲੇ। ਸੁਣ ਕੇ ਮਾਤਾ ਗੰਗਾ ਜੀ ਨਿਰਾਸ਼ ਹੋ ਗਏ ਹੈ, ਮਨ ਬੜਾ ਦੁਖੀ ਹੋਇਆ ਹੈ। ਮਨ ਮੈਂ ਉਦਾਸ ਬਹੁ ਸੰਕਟ ਕੋ ਪਾਏ ਕੈ। ਤੇ ਬੜਾ ਹੀ ਦੁੱਖ ਪ੍ਰਾਪਤ ਹੋਇਆ ਵੀ ਇਹ ਆਸਰਾ ਸੀ, ਮਹਾਰਾਜ ਨੇ ਬਚਨ ਕੀਤੇ ਸੀ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਗੱਲ ਨਹੀਂ ਸੁਣੀ। ਇਹ ਇਸ ਤਰ੍ਹਾਂ ਦੇ ਬਚਨ ਕਰ ਰਹੇ ਹੈ, ਤੋ ਮਨ ਬਹੁਤ ਉਦਾਸ ਹੋਇਆ, ਦੁਖੀ ਹੋ ਰਿਹਾ ਹੈ। ਦਾਸੀ ਦਾਸ ਬ੍ਰਿੰਦ ਜਾਣ ਸਗਰੇ ਬਿਮਾਨ ਪਏ। ਤੇ ਜਿੰਨੇ ਨਾਲ ਸਿੱਖ ਸੇਵਕ ਦਾਸੀਆਂ ਸਿੱਖ ਆਏ ਸੀ ਨਾ ਅੰਮ੍ਰਿਤਸਰ ਸਾਹਿਬ ਤੋਂ ਮਾਤਾ ਜੀ ਦੇ ਨਾਲ, ਉਹ ਵੀ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਬੇਮਨ ਜੇ ਹੋ ਗਏ ਆ, ਉਦਾਸ ਹੋ ਗਏ ਹਨ। ਬੋਲ ਤਾਂ ਨਾ ਬੈਣ ਦੀਨ ਹਰਖ ਮਿਟਾਏ ਕੈ। ਤੇ ਕੋਈ ਬੋਲਦਾ ਨਹੀਂ, ਸਭ ਦੇ ਜਿਹੜੇ ਵੈ ਉਹ ਮੂੰਹ ਢਿੱਲੇ ਪੈ ਗਏ ਐ,
ਦੀਨ ਜੇ ਹੋ ਗਏ ਆ। ਖੁਸ਼ੀਆਂ ਸਭ ਦੀਆਂ ਜਿਵੇਂ ਚਾਅ ਨਾਲ ਆਏ ਸੀ ਨਾ ਵੀ ਬਾਬਾ ਬੁੱਢਾ ਸਾਹਿਬ ਦੀਆਂ ਬਚਨ ਕਰ ਦੇਣੇ ਆ, ਤੇ ਮਹਾਬਲੀ ਯੋਧੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਸਾਹਿਬਜ਼ਾਦੇ ਹੋਵਣਗੇ। ਇਹ ਸਾਰੀ ਆਸ ਜੀ ਸੀ, ਜਿਹੜੀ ਉਤਸ਼ਾਹ ਸੀ ਨਾ, ਚਾਅ ਸਾਰਾ ਮਾਰਿਆ ਗਿਆ। ਸਭ ਚੁੱਪ ਹੋ ਗਏ ਸਿੱਖ ਸੇਵਕ। ਨਮੋ ਠਾਣ ਠਾਣ ਕਹਿ ਉਠੇ ਚਾੜ ਜਾਨ ਪੈਸੋ। ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰ ਕਰਕੇ ਮੱਥੇ ਟੇਕ ਟੇਕ ਸਭ ਅਸਵਾਰੀਆਂ ਤੇ ਗੱਡਿਆਂ ਤੇ ਰਥਾਂ ਤੇ ਚੜ ਚੱਲੇ ਐ। ਪੰਥ ਪ੍ਰਸਥਾਨ ਕਹਿ ਵਿਸਾਲ ਚਿੰਤ ਪਾਏ ਕੈ। ਤੇ ਬੜੀ ਚਿੰਤਾ ਪਾ ਕੇ ਮਾਤਾ ਗੰਗਾ ਜੀ ਤੇ ਜਾਂ ਜਿੰਨੇ ਸਿੱਖ ਸੇਵਕ ਆਏ ਨਾ ਦਾਸੀਆਂ, ਸਭ ਬੜੇ ਉਦਾਸ ਹੋ ਕੇ ਤੇ ਇਥੋਂ ਬੀੜ ਸਾਹਿਬ ਤੋਂ ਤੁਰ ਪਏ ਅੰਮ੍ਰਿਤਸਰ ਸਾਹਿਬ ਨੂੰ। ਪ੍ਰੀਤੀ ਏਕ ਬਾਕ ਹੋਏ ਸਾਚੇ ਸਭ ਜਾਣਿਓ ਮਨ। ਤੇ ਮਨ ਵਿੱਚ ਸਿੱਖ ਵਿਚਾਰਦੇ ਵੀ ਫਿਰ ਪ੍ਰਿਥੀ ਚੰਦ ਦੀ ਗੱਲ ਸੱਚੀ ਹੋਈ ਹੋਈ ਨਾ, ਵੀ ਮਹਾਰਾਜ ਦੇ ਘਰ ਕੋਈ ਸਾਹਿਬਜ਼ਾਦਾ ਨਹੀਂ ਹੈ ਨਾ ਹੋਵੇਗਾ। ਸਾਰੇ ਮਨ ਵਿੱਚ ਵਿਚਾਰਦੇ ਵੀ ਪ੍ਰਿਥੀ ਚੰਦ ਦੀ ਗੱਲ ਕਿਤੇ ਸੱਚੀ ਨਾ ਹੋ ਜਾਵੇ। ਉਪਜੈ ਆਨੰਦ ਚੱਲੇ ਜਾਤ ਮੁਰਝਾਏ ਕੈ। ਤੇ ਕੋਈ ਪੁੱਤਰ ਨਹੀਂ ਪੈਦਾ ਹੋਣਾ ਪ੍ਰਿਥੀ ਚੰਦ ਜਿਵੇਂ ਕਹਿੰਦਾ ਸੀ। ਇਹ ਵਿਚਾਰ ਜੀ ਕਰਕੇ ਮਾਤਾ ਗੰਗਾ ਜੀ ਵਿਚਾਰੇ ਬਹੁਤ ਮੁਰਝਾਏ ਹੋ ਕਰਕੇ, ਦੁਖੀ ਹੋ ਕਰਕੇ ਮੁੜੇ ਜਾਂਦੇ ਆ। ਆਏ ਗਏ ਰਾਮਦਾਸਪੁਰ ਮੈਂ ਉਤਰ ਬਰੇ। ਤੇ ਇੱਥੋਂ ਆ ਕੇ ਤੇ ਅੰਮ੍ਰਿਤਸਰ ਸਾਹਿਬ ਵਿੱਚ ਬੜੇ ਆ, ਉਤਰੇ ਹਨ ਆਪਣੇ ਘਰ ਵਿੱਚ ਆ ਕੇ। ਸਦਨ ਗੁਰੂ ਜੀ ਦੇਖੇ ਬੰਦਨਾ ਕੋ ਤਾਰ ਕਰ। ਤੇ ਘਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਂਦਿਆਂ ਨੂੰ ਆਏ ਹੋਏ ਸੀ। ਗੁਰੂ ਕੇ ਮਹਿਲ ਨਾਵੇਂ ਥਾਮ ਜਿੱਥੇ ਹੋਣਾ, ਮਾਤਾ ਜੀਆਂ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਮੱਥਾ ਟੇਕਿਆ ਹੈ। ਕੋਮਲ ਕਮਲ ਕੋਮਲਾਇ ਸੋ ਬਦਨ ਹੇਰ। ਤੇ ਵੇਖਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਵੀ ਮਾਤਾ ਗੰਗਾ ਜੀ ਦਾ ਜਿਹੜਾ ਮੁਖ ਹੈ ਉਹ ਕਮਲ ਦੇ ਵਾਂਗੂ ਕਮਲਾਇਆ ਹੋਇਆ ਹੈ। ਪੁੱਛੀ ਸੁਤ ਕਾਮਨਾ ਕੋ ਪਾਈ ਚਿੰਤ ਟਾਰ ਕਰ। ਮਹਾਰਾਜ ਤਾਂ ਜਾਣੀ ਜਾਣੀਆਂ ਸਾਰਾ ਕੁਝ, ਤੇ ਫਿਰ ਪੁੱਛਦੇ ਸੱਚੇ ਪਾਤਸ਼ਾਹ ਜੀ, ਜਿਵੇਂ ਪਤਾ ਨਹੀਂ ਨਾ ਹੁੰਦਾ ਕੁਝ। ਕਹਿੰਦੇ ਆ ਗੰਗਾ ਕੀ ਗੱਲ ਹੋਈ ਹੈ ਵੀ ਚਿੰਤਾ ਟਲ ਗਈ ਭਲਾ? ਜਿਹੜੀ ਇੱਛਾ ਚਿੰਤਾ ਸੀ ਮਨ ਵਿੱਚ, ਪੁੱਤਰ ਘਰ ਨਹੀਂ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਗਏ। ਕੀ ਹੋ ਗਿਆ? ਪੁੱਤਰ ਦਾ ਵਰਦਾਨ ਮਿਲ ਗਿਆ। ਪੁੱਤਰ ਦਾ ਵਰਦਾਨ, ਤੁਹਾਨੂੰ ਚਿੰਤਾ ਹੁਣ ਮੁੱਕ ਗਈ ਤੁਹਾਡੀ। ਸਤਿਗੁਰਾਂ ਪੁੱਛਿਆ ਹੈ, ਕੈਸੇ ਤੂੰ ਬੇਮਨ ਨਹੀਂ ਆਨੰਦ ਸਮੇਤ ਮਨ। ਵੀ ਕਿਸ ਤਰ੍ਹਾਂ ਬੇਮਨ ਜੀ ਹੋਏ, ਉਦਾਸ ਕਿਉਂ? ਵੀ ਜਿਹੜੇ ਕਾਰਜ ਨੂੰ ਗਏ ਉਹ ਹੋ ਗਿਆ ਭਲਾ, ਮਨ ਤੁਹਾਡਾ ਉਦਾਸ ਕਿਉਂ ਹੈ? ਵੀ ਗਏ ਤਾਂ ਪੁੱਤਰ ਦਾ ਵਰਦਾਨ ਲੈਣ ਸੀ, ਤੇ ਪਰ ਤੁਹਾਡਾ ਚਿਹਰੇ ਤੇ ਰੌਣਕ ਹੈ ਨਹੀਂ ਹੈ, ਉਹ ਜਿਹੜਾ ਵਰਦਾਨ ਮਿਲਣ ਤੋਂ ਬਾਅਦ ਹੋਣੀ ਚਾਹੀਦੀ ਸੀ ਇੱਕ ਮਾਂ ਦੇ ਚਿਹਰੇ ਤੇ। ਤੁਹਾਨੂੰ ਕੋਈ ਆਨੰਦ, ਤੁਹਾਡਾ ਮਨ ਆਨੰਦ ਸਹਿਤ ਨਹੀਂ ਹੈ। ਵਾਰਤਾ ਕੋ ਪਾਨ ਜੇ ਮੁਆਈ ਤਾਂ ਕਾਰ ਕਰ। ਤੇ ਸਾਨੂੰ ਵਾਰਤਾ ਦੱਸੋ ਵੀ ਕਿਵੇਂ ਗਏ, ਕਿਵੇਂ ਆਏ, ਕੀ ਬਾਬਾ ਬੁੱਢਾ ਸਾਹਿਬ ਜੀਆਂ ਆਖਿਆ, ਉਹ ਸਾਰੀ ਵਾਰਤਾ ਸਾਨੂੰ ਦੱਸਣੀ ਕਰੋ। ਲੋਚਣ ਮੈਂ ਬਾਰ ਪਾਰ ਉੱਚੇ ਵੱਡ ਸਵਾਸ ਪਾਰ। ਤੇ ਮਹਾਰਾਜ ਦੇ ਪੁੱਛਣ ਤੇ ਮਾਤਾ ਗੰਗਾ ਜੀ ਰੋਣ ਲੱਗ ਪਏ। ਨੇਤਰਾਂ ਚੋਂ ਜਲ ਕਿਰਦਾ ਹੈ ਤੇ ਲੰਮੇ ਲੰਮੇ ਹੌਕੇ ਲੈ ਕੇ ਇਸ ਤਰ੍ਹਾਂ ਬੋਲੇ ਐ। ਵਾਰਤਾ ਬਤਾਈ ਮੁਖ ਬਾਕ ਕੋ ਚਾਰ ਕਰ। ਤੇ ਮੁਖੋਂ ਬਾਕ ਉਚਾਰਦੇ ਹੋਏ, ਰੋਂਦੇ ਹੋਏ, ਨੇਤਰਾਂ ਚੋਂ ਜਲ ਕੇਰਦੇ ਵਿਰਾਗ ਸਹਿਤ ਮਾਤਾ ਗੰਗਾ ਜੀ ਫਿਰ ਦੱਸਦੇ ਹਨ, ਸੁਣ ਪ੍ਰਭ ਰਾਵਰ ਕੇ ਪ੍ਰੇਰੇ ਹਮ ਗਏ ਤਾਹਾਂ। ਇਹ ਸੱਚੇ ਪਾਤਸ਼ਾਹ ਦੀਨਾ ਬੰਧੂ ਮਹਾਰਾਜ, ਤੁਹਾਡੇ ਪ੍ਰੇਰੇ ਹੋਏ ਅਸੀਂ ਉੱਥੇ ਗਏ ਸੀ। ਤੁਸੀਂ ਆਖਿਆ ਸੀ ਵੀ ਉੱਥੇ ਬੀੜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਜਾਓ, ਜੇ ਉਹ ਬਚਨ ਕਰਦੇ ਨੇ ਕੋਈ ਤਾਂ। ਤੇ ਤੁਹਾਡੇ ਹੁਕਮ ਅਨੁਸਾਰ ਅਸੀਂ ਉੱਥੇ ਝਬਾਲ ਠੱਠੇ ਲਾਗੇ ਬੀੜ ਵਿੱਚ ਗਏ ਸਾਂ ਬਾਬਾ ਜੀ ਦੇ ਪਾਸ। ਬੰਧਨ ਕੋ ਠਾਣ ਕੀਨ ਆਗੇ ਅਰਦਾਸ ਕੋ। ਤੇ ਅਸੀਂ ਨਮਸਕਾਰ ਕੀਤੀ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਪੁੱਤਰ ਬਾਬਤ। ਆਤਮ ਜਰਹਿਓ ਕੇ ਤਦੀਨ ਸੋ ਅਹਤ ਮਹਾ। ਹਾਂ, ਪਰ ਕੀ ਦਸੀਏ ਸੱਚੇ ਪਾਤਸ਼ਾਹ ਜੀ, ਪੁੱਤਰ ਦੀ ਜਿਹੜੀ ਹੈ ਉਹ ਵਰਦਾਨ ਮਿਲਣਾ ਤਾਂ ਮਹਾਰਾਜ ਦੂਰ ਦੀ ਗੱਲ ਰਹੀ, ਉਲਟਾ ਉੱਥੋਂ ਤਾਂ ਬੜਾ ਦੁੱਖ ਭਰਿਆ ਸੁਨੇਹਾ ਮਿਲਿਆ ਹੈ। ਦੁੱਖ ਭਰੇ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਹੋ ਗਏ ਹਨ। ਭਾਜਰ ਪਰੈਗੀ ਪੁਰ ਸੰਕਟ ਪ੍ਰਕਾਸ਼ ਕੋ। ਵੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਮੂਹੇ ਪ੍ਰਕਾਸ਼ ਹੋਏ ਹੈ, ਪ੍ਰਗਟੀ ਭਾਜੜ ਪਵੇਗੀ। ਉਹਨਾਂ ਕਿਹਾ ਸਾਡੇ ਗਿਆਨ ਤੋਂ ਵੀ ਇਹ ਗੁਰੂ ਕਿਆਂ ਨੂੰ ਕਿੱਧਰ ਅੰਮ੍ਰਿਤਸਰ ਵਾਲਿਆਂ ਨੂੰ ਭਾਜੜ ਪੈ ਗਈ ਹੈ। ਸਾਰੀਆਂ ਫੌਜਾਂ ਜਾਂ ਸਾਰੀ ਸੰਗਤ ਸਮੇਤ ਘੋੜੇ ਰਥਾਂ ਤੇ ਚੜ੍ਹ ਕੇ ਆ ਰਹੇ ਵੀ ਮਹਾਰਾਜ ਪੁੱਤਰ ਦਾ ਵਰਦਾਨ ਲੈਣਾ, ਤੇ ਇੱਕ ਪਾਸੇ ਜੋ ਲੈਣ ਗਏ ਸੋ ਤਾਂ ਮਿਲਿਆ ਨਹੀਂ ਮਹਾਰਾਜ। ਤੇ ਪਰਨਾ ਸਰਾਫ ਦੇ ਹੀ ਬਚਨ ਸਮਝੋ ਹੋ ਗਏ ਆ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਗਟ।
ਰਾਮਦਾਸਪੁਰ ਤੋਂ ਇਹ ਛੱਡਣ ਦੇ ਸੰਕਟ ਦੇ ਭੱਜੜ ਪੈਣ ਦੇ ਬਚਨ ਹੋਏ ਆ ਐਸੀ ਵਿਪਰੀਤ ਭਈ ਚਿੰਤਾ ਵੱਡ ਚੀਤ ਵੀ ਭਈ। ਮਨ ਵਿੱਚ ਹੁਣ ਬੜੀ ਚਿੰਤਾ ਹੈ ਮਹਾਰਾਜ ਵੀ ਇਹ ਤਾਂ ਉਲਟਾ ਹੀ ਕੰਮ ਹੋ ਗਿਆ, ਜਿਹੜਾ ਕੁਝ ਲੈਣ ਗਏ ਉਹ ਤਾਂ ਮਿਲਣਾ ਕੀ, ਉਲਟਾ ਹੋਰ ਹੀ ਸਿਰ ਮਹਾਰਾਜ ਆਣ ਚੜੀ ਹੈ। ਆਈ ਪੈ ਭੀਤ ਭਈ ਆਪਣੇ ਆਵਾਸ ਕੋ। ਤੇ ਮੈਂ ਤਾਂ ਮਹਾਰਾਜ ਫਿਰ ਭੀਤ ਜਿਵੇਂ ਜੜ ਹੋ ਕਰਕੇ ਪੈ ਡਰ ਦੇ ਵਿੱਚ ਤੇ ਮੁੜ ਆਏ ਹਾਂ ਅਸੀਂ ਤਾਂ ਖਾਲੀ ਹੱਥ ਲੈ ਕੇ ਮਹਾਰਾਜ ਵਰਦਾਨ ਨਹੀਂ ਸਰਾਪ ਹੀ ਆਏ ਹਾਂ ਸੱਚੇ ਪਾਤਸ਼ਾਹ ਜੀ ਮੁੜ ਘਰ ਨੂੰ। ਕਲਪਤ ਰੂਪੈ ਜਿਮ ਜਾਏ ਕੁ ਜਤਨ ਕਰ। ਇਹ ਆਪਣੇ ਨਾਲ ਤਿਉਂ ਹੋਈ ਵੀ ਜਿਵੇਂ ਕਲਪਤਰ ਬ੍ਰਿਛ ਦੇ ਪਾਸ ਕੋਈ ਜਾ ਕੇ ਯਤਨ ਕਰੇ ਕੁਝ ਮੰਗਣ ਦਾ। ਪਾਏ ਨਾ ਪਦਾਰਥ ਗਵਾਏ ਬਿਤ ਪਾਸ ਕੋ। ਤੇ ਜਿਹੜਾ ਲੈਣ ਜਾਏ ਪਦਾਰਥ ਉਹ ਤਾਂ ਮਿਲੇ ਨਾ, ਤੇ ਜਿਹੜਾ ਪਹਿਲਾਂ ਕੋਲ ਸੀ ਨਾ ਪੈਸਾ ਉਹ ਵੀ ਚਲਾ ਜਾਵੇ ਕਿਸੇ ਪਾਸੋਂ। ਇਸ ਤਰ੍ਹਾਂ ਮਰਜ ਹੋਈ ਜਾਪਦੀ ਹੈ। ਬੂਝੀ ਗੁਰ ਗਵਣੀ ਤੇ ਕੌਣ ਸੇ ਸਮਾਜ ਸੰਗ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਜਾਣਦੇ ਆ ਬਾਬਾ ਬੁੱਢਾ ਸਾਹਿਬ ਜੀ ਦਾ ਕੀ ਲੁਕਿਆ ਮਹਾਰਾਜ ਤੋਂ, ਤੇ ਸਤਿਗੁਰੂ ਜਾਣਦੇ ਵੀ ਐਵੇਂ ਤਾਂ ਇਦਾਂ ਦਾ ਬਚਨ ਕਰਨ ਵਾਲੇ ਨਹੀਂ। ਪੁੱਛਿਆ ਮਾਤਾ ਗੰਗਾ ਜੀ ਤਾਂ ਹੀ ਵੀ ਤੁਸੀਂ ਕਿਵੇਂ ਗਏ ਸੀ ਭਲਾ ਉੱਥੇ, ਕਿਸ ਤਰੀਕੇ ਨਾਲ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਕੀ ਕੀ ਲੈ ਕੇ ਗਏ ਸੋ। ਕੈਸੇ ਪਾਓ ਕੀਣ ਪੇਟ ਦੀਨ ਕੌਣ ਜਾਏ ਕਰ। ਕਿਵੇਂ ਦੀ ਭਾਵਨਾ ਸੀ ਤੁਹਾਡੀ, ਕੀ ਭੇਟਾਵਾਂ ਤੁਸਾਂ ਜਾ ਕੇ ਬਾਬਾ ਜੀ ਨੂੰ ਅਰਪਣ ਕੀਤੀਆਂ ਸਨ। ਗੰਗਾ ਨੇ ਉਚਾਰੀ ਚਾੜ ਰਾਥੋ ਸਵਾਰੀ ਗਈ। ਤੇ ਮਾਤਾ ਗੰਗਾ ਜੀ ਕਹਿੰਦੇ ਹੈ ਪ੍ਰਭੂ ਮਰਜ ਗਏ ਤਾਂ ਫਿਰ ਅਸੀਂ ਰਥਾਂ ਤੇ ਚੜ ਕੇ ਸਾਂ, ਰਥਾਂ ਦੀਆਂ ਅਸਵਾਰੀਆਂ ਲੈ ਕਰਕੇ। ਗਾਡੀ ਬਾਹ ਸੰਗ ਲੈ ਕੇ ਜਨ ਸਮੁਦਾਇ ਕਰ। ਵੀ ਅੱਗੇ 2-4 ਰਥ ਸਨ ਮਹਾਰਾਜ, ਤੇ ਮਾਈਆਂ ਕੁਝ ਦਾਸੀਆਂ ਗੱਡਿਆਂ ਤੇ ਚੜ ਕੇ, ਕੁਝ ਸਿੱਖ ਸੇਵਕ ਸੰਗਤਾਂ ਬਹੁਤ ਨਾਲ ਗਈਆਂ, ਕੁਝ ਰਥ ਸੀ ਤੇ ਕੁਝ ਗੱਡੇ ਵੀ ਭਰ ਕੇ ਗਏ ਸਨ। ਮਧੁਰ ਸੁਨਿਗਧ ਪ੍ਰਸਾਦ ਕੋ ਅਗਾਰੀ ਧਰਿਓ। ਤੇ ਅਸੀਂ ਮਿੱਠੇ ਤੇ ਸਨਿਗਧ ਜਿਹੜੇ ਘਿਓ ਵਿੱਚ ਤਲੇ ਬਣੇ ਹੋਏ ਉਹ ਮਹਾਰਾਜ ਪ੍ਰਸ਼ਾਦ ਲੈ ਕਰਕੇ ਜਿਹੜੇ ਗਏ ਸੀ ਸੇਵਕਾਂ ਬਣਾਏ ਸਿੱਖਾਂ ਨੇ ਇੱਥੇ, ਉਹ ਸਾਰਾ ਮਿੱਠੇ ਤੇ ਸਨਿਗਧ ਹੁੰਦੇ ਸਾਧ ਸੰਗ ਜਿਹੜੇ ਆ ਘਿਓ ਵਿੱਚ ਬਣਦੇ ਪੂੜੇ ਆਦਿਕ, ਇਹ ਲੈ ਕੇ ਇਹ ਸੱਚੇ ਪਾਤਸ਼ਾਹ ਸਿੰਘ ਬਾਬਾ ਜੀ ਦੇ ਅੱਗੇ ਭੇਟ ਕੀਤੀ ਹੈ। ਪਨਿਓ ਹੈ ਮਨੋਰਥ ਸੁਦਾਸੀ ਨੇ ਸੁਨਾਏ ਕਰ। ਤੇ ਜਿਹੜਾ ਅਰਦਾਸ ਸੀਗੀ ਮਨ ਦੀ ਸਾਡੇ ਦੀ ਇੱਛਾ ਪ੍ਰਗਟ ਕੀਤੀ ਉਸ ਦਾਸੀ ਸੀ ਨਾਲ, ਉਹਨੇ ਦੱਸਿਆ ਗਾਂ ਹੋ ਕਰਕੇ ਵੀ ਅਸੀਂ ਕਿਸ ਕੰਮ ਆਏ ਹਾਂ। ਤੀਨੋਂ ਨੇ ਟਲਾਏ ਕਰ ਸਰਾਪ ਕੋ ਅਲਾਏ ਕਰ। ਪਰ ਦਾਸੀ ਦੀ ਅਰਦਾਸ ਬੇਨਤੀ ਨਾ ਬਾਬਾ ਬੁੱਢਾ ਸਾਹਿਬ ਦੀਆਂ ਟਾਲ ਦਿੱਤੀ, ਕੋਈ ਸੁਣਿਆ ਹੀ ਨਹੀਂ ਉਹਦੇ ਬਾਬਤ ਵੀ ਅਸੀਂ ਕਿਸ ਕੰਮ ਆਏ ਆ, ਤੇ ਉਲਟਾ ਮਹਾਰਾਜ ਸ਼ਰਾਫ ਦੇ ਬਚਨ ਮਨ ਨੂੰ ਦੇ ਦਿੱਤੇ ਐ। ਸਭ ਹੈ ਬੇਸਮਾਏ ਕਰ ਤਰਾਸ ਉਪਜਾਏ ਕਰ। ਵੀ ਉਲਟਾ ਉਹ ਤਾਂ ਕਹਿੰਦੇ ਵੀ ਅਖੇ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ ਅੰਮ੍ਰਿਤਸਰ ਵਾਲਿਆਂ ਨੂੰ, ਐਵੇਂ ਦੇ ਬਚਨ ਕਹਿੰਦਿਆਂ ਸਾਰ ਮਹਾਰਾਜ ਅਸੀਂ ਤਾਂ ਭੈ ਚ ਆ ਗਏ, ਸਾਰੀ ਸੰਗਤ ਡਰ ਗਈ ਤੇ ਸਭ ਹੈਰਾਨ ਹੋ ਰਹੇ ਸਨ। ਸਵਈਆ ਛੰਦ ਸ਼੍ਰੀ ਗੁਰ ਅਰਜਨ ਸੁਨਕਾਰ ਪੁਨਰ ਕਹੈ। ਤੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਸੁਣਿਆ ਨਾ ਮਾਤਾ ਗੰਗਾ ਜੀ ਪਾਸੋਂ ਵੀ ਰਥਾਂ ਤੇ ਚੜ੍ਹ ਕੇ ਗਏ, ਘੋੜਿਆਂ ਤੇ ਨਾਲ ਗੱਡਿਆਂ ਤੇ ਕੁਝ ਸੰਗਤਾਂ ਸਿੱਖ ਲਾਮੋ ਲਸ਼ਕਰ ਭਾਵ ਪੂਰੀ ਠਾਠ ਬਾਠ ਨਾਲ ਬਣ ਕੇ ਗਏ, ਸੁਣ ਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲੇ ਆ ਕਹਿ ਸਿੱਛਾ ਦਈ ਸਮਤ ਵਿਸਤਾਰ। ਤੇ ਸਿੱਖਿਆ ਦਿੱਤੀ ਮਾਤਾ ਗੰਗਾ ਜੀ ਨੂੰ ਸ਼੍ਰੇਸ਼ਟ ਮਤ ਵਾਲੀ, ਸ਼੍ਰੇਸ਼ਟ ਮਤ ਬੜੀ ਵਿਸਥਾਰ ਸਹਿਤ ਸਿੱਖਿਆ ਮਹਾਰਾਜ ਨੇ ਬਖਸ਼ੀ ਹੈ। ਪੂਰਨ ਪੁਰਖਨ ਕੇਟੇ ਗਜਾਨੋ। ਆਖਿਆ ਇਹ ਗੰਗਾ ਜਦੋਂ ਕਿਸੇ ਪੂਰਨ ਪੁਰਖ ਦੇ ਪਾਸ ਜਾਈਏ ਨਾ, ਕਿਸੇ ਸਾਧੂ ਦੇ ਪਾਸ ਜਾਈਏ, ਪੂਰਿਆਂ ਬ੍ਰਹਮ ਗਿਆਨੀਆਂ ਦੇ ਜਦੋਂ ਕੋਲ ਜਾਣਾ ਹੋਵੇ, ਡਿੰਬ ਹੋ ਨਾ ਕੀਜੈ ਕਛੂ ਵਿਚਾਰ। ਇਹ ਵਿਚਾਰ ਲੈ ਵੀ ਪਖੰਡ ਨਹੀਂ ਕਰੀਦਾ ਹੁੰਦਾ ਕਦੇ ਜਾ ਕਰਕੇ ਇਹਨਾਂ ਦੇ ਪਾਸ। ਹੋਏ ਦੀਨ ਹੰਕਾਰ ਨਿਵਾਰਹਾ। ਤੇ ਆਏ ਨਮਾਣੇ ਹੋ ਕਰਕੇ ਜਾਣਾ ਚਾਹੀਦਾ ਦੀਨ ਜੇ ਬਣ ਕੇ, ਤੇ ਹੰਕਾਰ ਜਿਹੜਾ ਵੀ ਅਸੀਂ ਗੁਰੂ ਕਿਆਂ ਜਾਂ ਬਹੁਤ ਵੱਡੇ ਆ ਮਾਇਆ ਧਾਰੀਆਂ ਆਪਦੇ ਆਪ ਕੁਝ ਬਣ ਕੇ ਨਹੀਂ ਜਾਣਾ ਚਾਹੀਏ। ਬੇਨਤੀ ਕੀਜੈ ਹੈ ਆਪ ਉਚਾਰ। ਤੇ ਮੰਗਤੇ ਬਣ ਕੇ ਨਾ ਆਪ ਬੇਨਤੀ ਕਰੀਦੀ ਆ, ਕਿਸੇ ਤੋਂ ਨਹੀਂ। ਭਾਵੀਆਂ ਸਿਫਾਰਿਸ਼ ਜਿਹੜੀ ਵੈ ਉਹ ਸਿਫਾਰਸ਼ੀ ਕੰਮ ਨਹੀਂ ਵੀ ਕੋਈ ਕਹਿ ਦੇਵੇ ਵੀ ਜਦੋਂ ਲੈਣ ਹੀ ਆਪਾਂ ਗਏ ਤੇ ਫਿਰ ਆਪ ਬੋਲੋ ਨਾ, ਵੀ ਕਿਸੇ ਦੇ ਰਾਹੀਂ ਨਹੀਂ ਕਹਾਉਣਾ, ਆਪ ਨੀਵੇਂ ਹੋ ਕਰਕੇ ਮੰਗਣਾ ਹੈ। ਨਹੀਂ ਜਨਾਵਨ ਆਪਾ ਕਰੀਐ ਹੈ। ਤੇ ਕਦੇ ਆਪਾਂ ਨਹੀਂ ਜਨਾਉਣਾ ਵੀ ਅਸੀਂ ਗੁਰੂ ਕੇ ਆ, ਤਾਂ ਹੀ ਤੁਸੀਂ ਘੋੜਿਆਂ ਤੇ ਚੜ੍ਹ ਕੇ ਗਏ, ਵੇਖੋ ਗੱਡੇ ਭਰ ਭਰ ਕੇ, ਕੀ ਲੋੜ ਸੀ ਇਸ ਸਾਜ ਕਾਸੇ ਦੀ।
ਆਪਾ ਆਪ ਜਨਾਉਣ ਤੋਂ ਰਹਿਤ ਹੋਣਾ ਹੈ। ਬਚਨ ਧੂਰ ਕੇ ਬਨ ਅਨੁਹਾਰ, ਤੇ ਉਹਨਾਂ ਦੇ ਬਚਨਾਂ ਰੂਪੀ ਧੂੜੀ ਦੇ ਅਨਸਾਰੀ ਬਣ ਕੇ ਰਹਿਣਾ ਹੈ। ਦੋਹਰਾ ਇਤਿਆਦਿਕ ਸ਼ੁਭ ਮਤ ਤੇ ਕਹੀ, ਇਸ ਤੋਂ ਆਦਿਕ ਸੱਚੇ ਪਾਤਸ਼ਾਹ ਜੀਆਂ ਮਾਤਾ ਜੀ ਨੂੰ ਬਹੁਤ ਸ੍ਰੇਸ਼ਟ ਸਿੱਖਿਆ ਦਿੱਤੀ ਹੈ। ਸੁਣ ਗੰਗਾ ਪਛਤਾਏ। ਸੁਣ ਸੁਣ ਕੇ ਧੰਨ ਮਾਤਾ ਗੰਗਾ ਜੀ ਪਛਤਾਉਂਦੇ ਆ ਵੀ ਕੀਤਾ ਤਾਂ ਬੁਰਾ ਹੀ ਹੈ, ਵੀ ਅਸੀਂ ਗਏ ਤਾਂ ਪੂਰੀ ਸ਼ਾਨੋ ਸ਼ੌਕਤ ਨਾਲ ਹੀ ਸੀ, ਤੇ ਉਹ ਜਿਹੜਾ ਭੇਟ ਕੀਤਾ ਸੀ ਪ੍ਰਸ਼ਾਦ ਬਣਿਆ ਹੋਇਆ ਜੋ ਵੀ ਆ ਪੂੜੇ ਆਦਿਕ ਮਿੱਠੇ ਪ੍ਰਸ਼ਾਦੇ ਉਹੀ ਸੰਗਤਾਂ ਨੇ ਸਿੱਖਾਂ ਨੇ ਸੰਗਤਾਂ ਮਾਈਆਂ ਨੇ ਪਕਾਏ ਸੀ, ਹੱਥੀਂ ਤਾਂ ਅਸੀਂ ਵੀ ਕੁਝ ਨਹੀਂ ਕੀਤਾ। ਉਹ ਸਾਰਾ ਕੁਝ ਸੋਚ ਸੋਚ ਕੇ ਮਾਤਾ ਜੀ ਬੜਾ ਪਛਤਾਉਂਦੇ ਆ ਬਿਨਾ ਵਿਚਾਰੇ ਮੈਂ ਕਰਿਓ, ਵੀ ਮੈਂ ਵਿਚਾਰ ਨਹੀਂ ਕੀਤੀ ਮਹਾਰਾਜ ਨੇ ਦੇ ਬਚਨਾਂ ਤੇ, ਮੈਂ ਗੌਰ ਕੀਤੇ ਤੋਂ ਬਿਨਾਂ ਵੀ ਸੱਚਮੁੱਚ ਗੱਲ ਇਉਂ ਹੀ ਆ ਵੀ ਜਦੋਂ ਇਹੋ ਜਿਹੇ ਸਤਿਪੁਰਖਾਂ ਪਾਸ ਜਾਈਏ ਤੇ ਫਿਰ ਮੰਗਤੇ ਬਣ ਕੇ ਜਾਈਏ, ਦਾਤੇ ਬਣ ਕੇ ਨਹੀਂ। ਇਸ ਤਰ੍ਹਾਂ ਦੀ ਮੈਂ ਵਿਚਾਰ ਨਾ ਕਰ ਸਕੀ। ਤਿਸ ਕੋ ਫਲ ਦੁਖ ਪਾਏ, ਤੇ ਰਥਾਂ ਤੇ ਘੋੜਿਆਂ ਤੇ ਚੜ੍ਹ ਕੇ ਗਏ, ਜਿਸ ਦੇ ਕਾਰਨ ਸਾਨੂੰ ਇਹ ਦੁੱਖ ਮਿਲਿਆ ਵੀ ਵਰ ਦੇਣ ਦੀ ਬਜਾਏ ਉਲਟਾ ਇੱਕ ਹੋਰ ਸਰਾਪ ਹੋ ਗਿਆ। ਇਹ ਬਚਨ ਸਾਨੂੰ ਬਾਬਾ ਜੀ ਦੇ ਤਾਂ ਹੋਏ ਆ, ਸਾਡੇ ਮਨ ਵਿੱਚ ਵੀ ਥੋੜ੍ਹੀ ਬਹੁਤੀ ਹਉਮੈ ਸੀ, ਅਸੀਂ ਗੁਰੂ ਕੇ ਬਣ ਕੇ ਗਏ ਸਾਂ। ਦੋਹਰਾ ਨੀਚ ਬਿਲੋਚਣ ਕਰ ਰਹੀ, ਤੇ ਮਹਾਰਾਜ ਦੇ ਬਚਨ ਸੁਣ ਕੇ ਸੋਚਦੇ ਹੋਏ ਮਾਤਾ ਜੀ ਨੇਤਰ ਨੀਵੇਂ ਕਰ ਲਏ ਹਨ। ਸੋਚਤ ਸੋਚ ਵਿਸਾਲ, ਤੇ ਬੜੀਆਂ ਵੱਡੀਆਂ ਸੋਚਾਂ ਵਿੱਚ ਪਏ ਹੋਏ ਆ। ਕਿਤਕ ਦੇਰ ਮਹਿ ਤੀਰ ਧਰ, ਤੇ ਕੁਝ ਚਿਰ ਤਾਂ ਚੁੱਪ ਰਹੇ, ਸਿਰ ਨੀਵਾਂ ਨੇਤਰ ਨੀਵੇਂ ਮਹਾਰਾਜ ਦੇ ਅੱਗੇ ਖੜੇ ਹੱਥ ਜੋੜ ਕੇ ਬੋਲੇ ਆ। ਬੋਲੀ ਨਮਰਤ ਨਾਲ, ਧੀਰਜ ਜਿਹਾ ਰੱਖ ਤੇ ਨਿਮਰਤਾ ਸਹਿਤ ਮਾਤਾ ਜੀ ਫੇਰ ਬੋਲੇ ਹਨ। ਸਵਈਆ ਛੰਦ ਸ਼੍ਰੀ ਜਗ ਗੁਰ ਸਰਭਾਗਯ ਸਦਾ, ਆਖਿਆ ਹੈ ਸੱਚੇ ਪਾਤਸ਼ਾਹ ਜੀ ਸਤਿਗੁਰੂ ਆਪ ਤਾਂ ਸਰਬੱਗ ਹੋ, ਸਾਰੇ ਸੰਸਾਰ ਦੇ ਗੁਰੂ ਹੋ, ਸਰਬ ਗਿਆਤਾ ਹੋ। ਸਦਾ ਔਰ ਸਕਲ ਸ਼ਕਤ ਮਹਿ ਪੂਰਨ ਪੂਰ, ਔਰ ਸਕਲ ਸਦਾ ਮਹਾਰਾਜ ਆਪ ਦਾ ਹਿਰਦਾ ਜਿਹੜਾ ਹਮੇਸ਼ਾ ਵਾਸਤੇ ਸਾਰੀਆਂ ਸ਼ਕਤੀਆਂ ਦੇ ਨਾਲ ਪਰਿਪੂਰਨ ਹੈ, ਭਰਪੂਰ ਹੈ। ਚਾਹ ਕਰਹ ਨ ਹੈ ਬਿਲਮ ਲੱਗਾ ਹੈ, ਤੇ ਸੱਚੇ ਪਾਤਸ਼ਾਹ ਜੀ ਜੋ ਤੁਸੀਂ ਕਰਨਾ ਚਾਹੋ ਜਦੇ ਮਰਜ਼ੀ ਕਰ ਸਕਦੇ ਹੋ, ਦੇਰੀ ਨਹੀਂ ਲਾਉਂਦੇ ਨਾ ਲੱਗਦੀ ਹੈ। ਪ੍ਰਭ ਸਭ ਦੇਸ਼ਣ ਮਹਿ ਸਭਿਣ ਹਦੂਰ, ਮਹਾਰਾਜ ਆਪ ਸਾਰਿਆਂ ਦੇਸ਼ਾਂ ਦੇ ਵਿੱਚ ਸਭ ਸਿੱਖਾਂ ਦੇ ਹਜੂਰ ਰਹਿਣ ਵਾਲੇ ਹੋ ਸੱਚੇ ਪਾਤਸ਼ਾਹ ਜੀਓ। ਕਰਹਿ ਆਰਾਧਨ ਪਹੁੰਚਾ ਤਤ ਛਿਨ, ਜਿੱਥੇ ਜਿੱਥੇ ਸੰਗਤਾਂ ਮਹਾਰਾਜ ਤੁਹਾਨੂੰ ਧਿਆਉਂਦੀਆਂ, ਤੁਹਾਡਾ ਨਾਮ ਜਪਦੀਆਂ, ਯਾਦ ਕਰਦੀਆਂ, ਆਪ ਤਤਛੇਣੀ ਉੱਥੇ ਪਹੁੰਚਣ ਵਾਲੇ ਹੋ। ਸ਼ਰਧਾਲੂ ਕੀ ਇੱਛਾ ਪੂਰਾ, ਤੇ ਸਿੱਖਾਂ ਸ਼ਰਧਾਲੂਆਂ ਸ਼ਰਧਾ ਦੇ ਆਲੂ ਘਰ ਜਿਹੜੇ ਆ ਨਾ, ਸਿੱਖ ਸ਼ਰਧਾਲੂ ਸਿੱਖ ਜਿਹੜੇ ਆ ਸ਼ਰਧਾਵਾਨ, ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦੇ ਹੋ। ਲੱਖਾਂ ਕੇ ਕਾਜਣ ਕਹ ਕਰਤਾ, ਮਹਾਰਾਜ ਲੱਖਾਂ ਸਿੱਖਾਂ ਦੇ ਕਾਰਜਾਂ ਦੇ ਸਫਲ ਕਰਨ ਵਾਲੇ ਆਪ ਹੋ। ਬਹ ਇਮ ਕਹਿ ਨਾਹ ਕਹਿ ਕੂਰ, ਇਹ ਮੈਂ ਨਹੀਂ ਮਹਾਰਾਜ ਕਹਿੰਦੀ, ਸਾਰਾ ਸੰਸਾਰ ਹੀ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿੰਦਾ, ਸਭ ਸੰਸਾਰ ਕਹਿੰਦਾ ਇਹ ਗੱਲ ਵੀ ਆਪ ਸਭ ਦੀਆਂ ਇੱਛਾ ਪੂਰਨ ਕਰਨ ਵਾਲੇ, ਸਰਬ ਕਲਾ ਸਮਰੱਥ, ਸਰਬ ਸ਼ਕਤੀਵਾਨ ਹੋ। ਬ੍ਰਿਧ ਨੇ ਸੋ ਜਸ ਆਪ ਕੋ ਉਚਰਿਓ, ਬਾਕੀ ਮਹਾਰਾਜ ਤੁਹਾਡਾ ਤਾਂ ਜਿਹੜਾ ਜਸ ਹੈ ਨਾ ਵਡਿਆਈ, ਉਹ ਤਾਂ ਬਾਬਾ ਬੁੱਢਾ ਸਾਹਿਬ ਜੀ ਵੀ ਅੱਜ ਉਚਾਰਨ ਕੀਤੀ। ਕਹਿੰਦੇ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਰਕੇ ਨਹੀਂ, ਉਹ ਤਾਂ ਸਾਰਿਆਂ ਸਿੱਖਾਂ ਦੀ ਕਲਿਆਣ ਕਰਨ ਵਾਲੇ ਆ। ਵੱਡੇ ਵੱਡੇ ਜਾਂ ਦੇਸ਼ਾਂ ਦੇ ਲੋਕ ਦੂਰੋਂ ਨੇੜਿਓਂ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਲੈ ਲੈ ਕੇ ਆਪਦੀਆਂ ਮਨੋਰਥ ਇੱਛਾਵਾਂ ਪੂਰੀਆਂ ਕਰੀ ਜਾਂਦੇ ਆ, ਤੇ ਤੁਹਾਡੀ ਇੱਛਾ ਨਾ ਪੂਰੀ ਕਰਨਗੇ। ਇਹ ਤੁਹਾਡੀ ਵਡਿਆਈ ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਵੀ ਕਰਦੇ ਸਨ। ਜਗ ਜਾਚਕ ਸੋ ਦੇਵਨਹਾਰ, ਵੀ ਉਹ ਗੁਰੂ ਅਰਜਨ ਦੇਵ ਜੀ ਸੰਸਾਰ ਦੇ ਦਾਤੇ ਐ, ਸੰਸਾਰ ਮੰਗਤਾ ਹੈ ਤੇ ਸੰਸਾਰ ਨੂੰ ਦੇਣ ਵਾਲੇ ਐ। ਜਦਿਅਪ ਸਮਰੱਥ ਸਭ ਵਿਦ, ਬਾਕੀ ਜਦੋਂ ਭਾਵੇਂ ਸੱਚੇ ਪਾਤਸ਼ਾਹ ਜੀ ਤੁਸੀਂ ਸਭ ਕਰਾਂ ਦੇ ਨਾਲ ਸਮਰੱਥ ਹੋ, ਦੇਣ ਵਾਲੇ ਦਾਤੇ ਹੋ, ਤਦਪ ਆਗਿਆ ਕੀਨ ਉਚਾਰ, ਤਾਂ ਵੀ ਮਹਾਰਾਜ ਤੁਸੀਂ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਜਾਣ ਦੀ ਆਗਿਆ ਕੀਤੀ ਸੀ। ਤਿਨ ਤੇ ਬਰ ਲਿਹੋ ਪੁੱਤਰ ਚਹਿਤ ਜੋ, ਵੀ ਤੁਸੀਂ ਆਖਿਆ ਸੀ ਜੇ ਪੁੱਤਰ
ਲੈਣ ਦੀ ਇੱਛਾ ਹੈ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਜੇ ਵਰ ਕਰ ਦੇਣ, ਵਰ ਰੂਪ ਬਚਨ, ਫੇਰ ਇਹ ਸਫਲਾ ਹੋਵੇਗਾ। ਸੋ ਮੁਝ ਤੇ ਹੋਏ ਸਕੀ ਨਾ ਕਾਰ। ਪਰ ਮਹਾਰਾਜ ਜਿਹੜੇ ਕਾਰਜ ਤੁਸੀਂ ਭੇਜਿਆ ਸੀ ਨਾ, ਤੁਹਾਡਾ ਉਹ ਬਚਨ ਮੇਥੋਂ ਪੂਰਾ ਨਹੀਂ ਹੋ ਸਕਿਆ। ਵੀ ਮੇਰੀ ਕਮੀ ਦੇ ਕਾਰਨ ਸੱਚੇ ਪਾਤਸ਼ਾਹ ਜੀ ਜਿਸ ਕਾਰਜ ਵਾਸਤੇ ਤੁਸੀਂ ਭੇਜਿਆ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਬਚਨ ਨਾ ਮੈਂ ਕਰਵਾ ਸਕੀ। ਬਿਗੜਿਓ ਆਪ ਸੁਧਾਰਨ ਕਰੀਆ ਹੈ। ਤੇ ਜਿਹੜਾ ਸੁਧਾਰਨ ਵਾਸਤੇ ਸੀ ਮਹਾਰਾਜ, ਜਿਹੜਾ ਵਿਗੜ ਗਿਆ ਨਾ ਕੰਮ ਹੁਣ ਸਾਥੋਂ, ਕਿਰਪਾ ਕਰਕੇ ਮਹਾਰਾਜ ਆਪ ਉਹ ਕਾਰਜ ਸੁਧਾਰ ਦਿਓ, ਠੀਕ ਕਰ ਦਿਓ ਜੀ। ਸੁਭ ਸਿੱਖਿਆ ਦੇਹੋ ਮੈਂ ਅਨੁਸਾਰ। ਮਹਾਰਾਜ ਹੁਣ ਇਉਂ ਕਰੋ, ਸਾਨੂੰ ਕੋਈ ਸੁਭ ਸਿੱਖਿਆ ਦਿਓ ਮਹਾਰਾਜ, ਚੰਗੀ ਮੱਤ ਦਿਓ, ਮੈਂ ਉਸ ਦੇ ਅਨੁਸਾਰ ਹੀ ਹੋਵਾਂਗੀ। ਵੱਡ ਪੁਰਸ਼ਨ ਕੀ ਸੇਵਾ ਕਰਨੀ। ਵੀ ਮਹਾਰਾਜ ਦੱਸੋ ਵੀ ਵੱਡੇ ਪੁਰਸ਼ਾਂ ਦੀ, ਮਹਾਂਪੁਰਸ਼ਾਂ ਦੀ ਜਿਹੜੀ ਸੇਵਾ ਕਰਨੀ ਹੁੰਦੀ ਹੈ, ਇਸ ਮਹਿ ਚਹੀਏ ਬੁੱਧ ਅਧਿਕਾਏ। ਤੇ ਉਹ ਕਿਵੇਂ ਕਰੀਦੀ ਹੈ? ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਵੱਡੀ ਬੁੱਧੀ ਚਾਹੀਦੀ ਆ, ਬੜਾ ਬੁੱਧ ਚਾਹੀਦੀ ਹੈ, ਬੜੀ ਸਿਆਣਪ, ਨਹੀਂ ਤਾਂ ਭੁੱਲਾਂ ਹੋ ਜਾਂਦੀਆਂ ਹਨ। ਬੰਸ ਵਿਭੂਖਣ ਭੂਖਣ ਸਮ ਸਰ। ਹਾਂ ਸੱਚੇ ਪਾਤਸ਼ਾਹ ਜੀ ਕੋਈ ਇਹੋ ਜਿਹੇ ਸਾਨੂੰ ਵੀ ਸਿੱਖਿਆ ਦਿਓ, ਸਿਆਣਪ ਬਖਸ਼ੋ ਮਹਾਰਾਜ, ਬੁੱਧੀ ਬਖਸ਼ੋ, ਬਲ ਬਖਸ਼ੋ। ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਅਸੀਂ ਉਹਨਾਂ ਦੀ ਖੁਸ਼ੀ ਲੈ ਕੇ ਤੇ ਵਰਦਾਨ ਕਰਵਾ ਲਈਏ ਪੁੱਤਰ ਦਾ, ਤਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਘਰ ਵਿੱਚ ਵੀ ਜਿਹੜਾ ਹੈ ਸੋਢ ਬੰਸ ਦੇ ਗਹਿਣੇ ਸਪੁੱਤਰ ਤੇ ਸੂਰਜ ਵਰਗੇ ਪ੍ਰਚੰਡ ਪ੍ਰਤਾਪ ਵਾਲੇ ਸਾਹਿਬਜ਼ਾਦੇ ਹੋਵਣ। ਸੁਤ ਹੋਏ ਅਸਮਤ ਦੇਹ ਸਿਖਰਾਏ। ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਰਾਜਾ ਰੂਪ ਗੁਰੂ ਗਰੀਬ ਨਵਾਜ, ਸਾਨੂੰ ਮਹਾਰਾਜ ਇਹੋ ਜੀ ਮਤ ਬਖਸ਼ੋ ਵੀ ਬਾਬਾ ਬੁੱਢਾ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਸਕੀਏ। ਤਿਮ ਅਬ ਕੀਜਾ ਹੈ ਹੇਰ ਪ੍ਰਸੀਜਾ ਹੈ। ਮਹਾਰਾਜ ਕਿਰਪਾ ਕਰਕੇ ਸਾਡੇ ਤੇ ਪ੍ਰਸੀਜੋ, ਪ੍ਰਸੰਨ ਹੋਵੋ, ਜਾਂ ਮਹਾਰਾਜ ਇਹੋ ਜਿਹਾ ਸਾਨੂੰ ਕੋਈ ਸਿੱਖਿਆ ਦਿਓ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਖੁਸ਼ ਕਰ ਲਈਏ, ਉਹ ਰੀਝ ਕੇ ਸਾਨੂੰ ਵਰਦਾਨ ਕਰ ਦੇਵਣ। ਸ਼ੁਭ ਬਾਰ ਲੀਜਾ ਹੈ ਚਿੰਤ ਬਿਲਾਏ। ਤੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਤੋਂ ਪੁੱਤਰ ਦਾ ਵਰਦਾਨ ਕਹਾ ਲਈਏ, ਸਾਰੀਆਂ ਚਿੰਤਾ ਦੂਰ ਹੋ ਜਾਣ ਸਾਡੀਆਂ। ਬਖਸ਼ਾ ਭੂਲ ਲਖਾ ਅਨਕੂਲੀ। ਮਹਾਰਾਜ ਪਿਛਲੀ ਭੁੱਲ ਬਖਸ਼ ਦਿਓ ਸੱਚੇ ਪਾਤਸ਼ਾਹ, ਤੇ ਅਗਾਂਹ ਵਾਸਤੇ ਸਾਨੂੰ ਆਪਣੇ ਚਰਨਾਂ ਦੇ ਜਿਹੜਾ ਸਹਿਤ ਜਾਣ ਲਓ, ਆਪਣੇ ਚਰਨਾਂ ਦੇ ਅਨੁਸਾਰੀ ਜਾਣ ਲਓ ਜੀ। ਲਹਾ ਮੂਲ ਸੁਖ ਧੂਲੀ ਪਾਏ। ਤੇ ਮਹਾਰਾਜ ਮੈਂ ਚਰਨ ਧੂੜੀ ਤੁਹਾਡੀ ਪ੍ਰਾਪਤ ਕਰਕੇ ਤੇ ਤੁਹਾਡੀ ਆਗਿਆ ਵਿੱਚ ਅੱਗੇ ਤੋਂ ਰਹੀਏ ਸੱਚੇ ਪਾਤਸ਼ਾਹ ਜੀ, ਤੇ ਸੁਖ ਪ੍ਰਾਪਤ ਕਰ ਲਈਏ। ਇਮ ਹੋਏ ਦੀਨ ਗੁਰੂ ਜਬ ਬੂਝੇ। ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜੀਆਂ ਜਾਣਿਆ, ਜਦੋਂ ਵੀ ਮਾਤਾ ਗੰਗਾ ਜੀ ਬਹੁਤ ਦੁਖੀ ਤੇ ਦੀਨ ਹੋ ਕਰਕੇ ਬੇਨਤੀਆਂ ਕਰ ਰਹੇ ਹੈ। ਸ਼ੁਭ ਮਤ ਦੇਤ ਪਏ ਤਤਕਾਲ। ਤੇ ਗੁਰੂ ਗਰੀਬ ਨਵਾਜ ਮਾਤਾ ਗੰਗਾ ਜੀ ਨੂੰ ਫਿਰ ਸ਼੍ਰੇਸ਼ਟ ਮਤ ਦੇਣ ਲੱਗੇ ਹੈ ਵੀ ਸਾਧੂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ, ਪੂਰਨ ਸਾਧੂ ਦੀ ਪ੍ਰਸੰਨਤਾ ਖੁਸ਼ੀ ਕਿਵੇਂ ਲਈ ਜਾਂਦੀ ਹੈ, ਇਸ ਤਰ੍ਹਾਂ ਮਾਤਾ ਜੀ ਨੂੰ ਸਮਝਾਉਣ ਲੱਗੇ ਹੈ। ਜਾਟ ਸਿੱਖ ਪੁਣ ਇੰਦਰ ਜਿੱਤੋ ਹੈ। ਮਹਾਰਾਜ ਕਹਿੰਦੇ ਆ ਮਾਤਾ ਗੰਗਾ ਜੀ ਨੂੰ ਕਿ ਵੇਖੋ ਉਹ ਜ਼ਿਮੀਦਾਰ ਹਨ, ਭਾਈ ਵਾਹੀ ਆਦਿਕ ਦਾ ਕੰਮ ਕਰਨ ਵਾਲੇ ਆ। ਧੰਨ ਬਾਬਾ ਬੁੱਢਾ ਸਾਹਿਬ ਜੀ ਰੰਧਾਵੇ ਸਨ ਸਾਧ ਸੰਗਤ ਜੀ, ਤੋ ਪੁੰਨ ਇੰਦਰੈ ਜਿੱਤ ਹੈ। ਤੋ ਫਿਰ ਕਹਿੰਦੇ ਆ ਗੁਰੂ ਅਰਜਨ ਦੇਵ ਮਹਾਰਾਜ ਵੀ ਬਾਬਾ ਬੁੱਢਾ ਸਾਹਿਬ ਜੀ ਐਸੇ ਜਿਨ੍ਹਾਂ ਨੇ ਇੰਦਰੇ ਜਿੱਤੇ ਹੋਏ ਆ। ਅੱਖਾਂ ਪਰਾਇਆ ਰੂਪ ਵੇਖਣ ਤੋਂ, ਪੈਰ ਕੋ ਸੰਗਤ ਵਿੱਚ ਜਾਣੋ, ਹੱਥ ਖੂਨ ਖਿੰਜਣੋ, ਰਸਨਾ ਕਬੋਲ ਬੋਲਣ ਤੋਂ, ਕੰਨ ਨਿੰਦਾ ਤੋਂ, ਅਤੇ ਆਦਿਕ ਜਿਨ੍ਹਾਂ ਨੇ ਸਾਰੇ ਇੰਦਰੇ ਸੋਧੇ ਹੋਏ ਹਵਸ ਵਿੱਚ ਕੀਤੇ ਹੋਏ ਆ। ਤਿਹੋ ਸੇਵਾ ਆਪਣੇ ਘਰ ਨਾਲ। ਇਹੋ ਜਿਹੇ ਮਹਾਂਪੁਰਖਾਂ ਦੀ ਜੇ ਸੇਵਾ ਕਰਨੀ ਤੇ ਆਪਦੇ ਹੱਥੀਂ ਕਰਨੀ ਚਾਹੀਦੀ ਹੈ। ਤਰਹਾ ਪ੍ਰੇਮ ਆਪਾ ਨਾ ਜਨਾਵਾ। ਕਿਵੇਂ ਕਰਨੀ ਸੇਵਾ? ਪ੍ਰੇਮ ਰੱਖ ਕੇ ਸੇਵਾ ਕਰੋ। ਜੇ ਕੁਝ ਲੈਣਾ ਹੈ ਆਪਾ ਨਹੀਂ ਜਣਾਉਣਾ ਹੈ, ਨੀਵੇਂ ਹੋ ਕਰਕੇ ਸੇਵਾ ਕਰਨੀ ਹੈ। ਕਰਹ ਕਰ ਉਠ ਪੂਰ ਵਿਸਾਲ। ਤੇ ਫਿਰ ਸੇਵਾ ਕਿਵੇਂ ਕਰਨੀ? ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਜੀ ਫਿਰ ਕੀ ਕਰੀਏ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਲੈਣ ਵਾਸਤੇ ਮਹਾਂਪੁਰਖਾਂ ਦੀਆਂ। ਤੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਕਰਨਾ ਭਾਈ ਤੁਸੀਂ, ਹੇ ਗੰਗਾ ਕੱਲ ਨੂੰ ਅੰਮ੍ਰਿਤ ਵੇਲੇ ਵੱਡੇ ਹੀ ਤੜਕੇ ਜਿਹੜਾ ਵਾ ਜਾਗਣਾ ਹੈ। ਵੱਡੇ ਵੇਲੇ ਜਾਗ ਕਰਕੇ ਤੇ ਉੱਠ ਕਰਕੇ ਇਸ਼ਨਾਨ ਪਾਣ ਕਰਨਾ ਹੈ। ਪ੍ਰਥਮ ਇਸ਼ਨਾਨਾ ਪੁਨਕ੍ਰਿਤ ਠਾਨਾ। ਪਹਿਲਾਂ ਇਸ਼ਨਾਨ ਕਰਨਾ ਹੈ, ਉਸ ਤੋਂ ਬਾਅਦ ਫਿਰ ਜਿਵੇਂ ਕਰਨਾ ਸੁਣਨਾ ਕਰੋ ਜੀ। ਅੰਨ ਸੁਧਾਰਾ ਸ਼ੁਭ ਤਿਸ ਕਾਲ। ਫਿਰ ਕੀ ਕਰਨਾ ਵੀ ਜਿਹੜਾ
ਆਟਾ ਪੀਸਣਾ ਹੈ ਨਾ, ਉਹਦੇ ਵਾਸਤੇ ਕਣਕ ਤੇ ਛੋਲੇ ਜਿਹੜੇ ਆਪ ਧੋਣੇ ਆ, ਪਹਿਲਾਂ ਨੂੰ ਚੰਗੀ ਤਰ੍ਹਾਂ ਸੋਧ ਲੈਣੇ, ਧੋ ਲੈਣੇ ਹਨ। ਅਰਧ ਚਣਕ ਗੋਤੂਮ ਮਿਲਾਵਾ ਤੇ ਅੱਧੀ ਕਣਕ ਤੇ ਅੱਧੇ ਜਿਹੜੇ ਚਨੇ ਆ, ਇਹ ਛੋਲੇ, ਇਹ ਮਿਲਾ ਲੈਣੇ ਹਨ। ਪੀਸਾ ਆਪੇ ਲਿਹੋ ਪਕਾਏ। ਤੇ ਪੀਸ ਲੈਣੇ ਆ, ਫਿਰ ਉਹਨਾਂ ਨੂੰ ਪੀ ਕੇ ਛੋਲੇ, ਅੱਧੀ ਕਣਕ ਅੱਧੇ ਛੋਲੇ ਪਾ ਕੇ ਤੇ ਉਹਨਾਂ ਨੂੰ ਪੀਸ ਕੇ ਆਪ ਜਿਹੜਾ ਇਕੱਠਿਆਂ ਨੂੰ ਮਿਲਾ ਕੇ ਉਹਦਾ ਆਟਾ ਚੱਕੀ ਪੀ ਕੇ ਬਣਾਉਣਾ ਹੈ। ਮੋਟ ਰੋਟ ਕਾ ਲਵਣ ਅਮੇਜੀ। ਤੇ ਫਿਰ ਮੋਟੀ ਸਾਰਾ ਜਿਹੜੀ ਵੈ ਰੋਟੀ ਪਕਾਉਣੀ ਵੈ, ਮੋਟੀ ਰੋਟੀ ਪਕਾਉਣੀ ਹੈ, ਜਿਵੇਂ ਆ ਮਿੱਸੇ ਪ੍ਰਸ਼ਾਦੇ ਪਕਾਉਂਦੇ ਆ, ਲੂਣ ਦੇ ਸਹਿਤ ਉਹਦੇ ਵਿੱਚ ਕੁਝ ਲੂਣ ਪਾ ਲੈਣਾ ਹੈ। ਤੇ ਹੋ ਉਪਰ ਬਾਹ ਕ੍ਰਿਤ ਕੋ ਪਾਏ। ਤੇ ਪਕਾਉਣੀ ਆ ਘਿਓ ਵਿੱਚ, ਉੱਪਰ ਘਿਓ ਦੇਸੀ ਪਾ ਕੇ ਫਿਰ ਇਸ ਨੂੰ ਰਿੰਨਣਾ ਪਕਾਉਣਾ ਹੈ। ਦਧ ਮਥੀਆ ਹੈ ਥੋੜਾ ਜਲ ਪਾਵਾ। ਤੇ ਇਹ ਕਿਉਂ ਕਰਨਾ ਵੀ ਅੱਜ ਤਰਕਾਲੀ ਸ਼ਾਮ ਨੂੰ ਹੀ ਜਿਹੜਾ ਵਾ ਜਾਗ ਲਾ ਕਰਕੇ ਕੁਝ ਦੁੱਧ ਜਮਾ ਲੈਣਾ, ਤੜਕੇ ਜਦੋਂ ਦਹੀਂ ਬਣੇਗਾ ਉਸ ਨੂੰ ਚੰਗੀ ਤਰ੍ਹਾਂ ਰਿੜਕ ਲੈਣਾ ਤੇ ਥੋੜਾ ਜਲ ਪਾਉਣਾ ਉਸ ਵਿੱਚ। ਸੰਘਣੀ ਛਾਛ ਤਨਕ ਤੋਰ ਛਾਏ। ਤੇ ਲੱਸੀ ਬਣੇਗੀ ਜਿਹੜੀ ਉਹ ਸੰਘਣੀ ਹੋਵੇ, ਸੰਘਣੀ ਲੱਸੀ ਭਾਵ ਜਦੋਂ ਰਿੜਕਣਾ ਥੋੜਾ ਪਾਣੀ ਪਾਉਣਾ ਉਹਦੇ ਵਿੱਚ ਤਾਂ ਕਿ ਸੰਘਣੀ ਲੱਸੀ ਬਣੇ। ਤੇ ਲੱਸੀ ਇੰਨੀ ਕੁ ਰਾਤ ਨੂੰ ਜਾਕ ਲਾਉਣਾ ਵੀ ਖੱਟੀ ਨਾ ਹੋਵੇ, ਥੋੜੀ ਖੱਟੀ ਹੋਵੇ, ਘੱਟ ਖੱਟੀ ਲੱਸੀ ਹੋਵੇ ਤੇ ਬਹੁਤ ਸੰਘਣੀ ਹੋਵੇ। ਧੂਪ ਦੇ ਹੋਲੇ ਹੋ ਬਾਸਣ ਪਾਈ। ਤੇ ਜਿਹੜੇ ਭਾਂਡੇ ਵਿੱਚ ਪਾ ਕੇ ਲੈ ਕੇ ਜਾਣੀ ਉਹਨੂੰ ਧੂਪ ਦੇ ਲੈਣੀ, ਜਿਵੇਂ ਕੁੱਜਿਆਂ ਨੂੰ ਅੱਗੇ ਦਿੰਦੇ ਸੀ ਮਹਿਕ ਆਉਣ ਵਾਸਤੇ, ਧੂਪ ਦੇ ਲੈਣੀ ਚੰਗੀ ਤਰ੍ਹਾਂ ਸੋਧ ਕੇ ਬਰਤਨ ਨੂੰ, ਉਹਦੇ ਵਿੱਚ ਫਿਰ ਲੱਸੀ ਪਾ ਲੈਣੀ ਹੈ। ਦੋਏ ਤ੍ਰੈ ਗੱਠੇ ਸਥੂਲ ਮੰਗਾਏ। ਤੇ ਚੰਗੇ ਮੋਟੇ ਮੰਗਵਾ ਕੇ 2-3 ਵੱਡੇ ਗੰਢੇ ਨਾਲ ਲੈ ਜਾਇਆ ਜੋ। ਪਾਵਿਆਨ ਨਗਨ ਉਪਾਇਨ ਅਸਲੇ ਹੋ। ਤੇ ਨੰਗੇ ਪੈਰੀਂ ਜਿਹੜਾ ਵਾ ਜਾਣਾ, ਆ ਕੁਝ ਲੈ ਕਰਕੇ ਹੱਥੀਂ ਚੱਕੀ ਪੀ ਕੇ ਛੋਲੇ ਤੇ ਅੱਧੀ ਕਣਕ ਪਾ ਕੇ ਇਹਨੂੰ ਪੀ ਲੈਣਾ। ਉਹਦੀ ਰੋਟੀ ਪਕਾਉਣੀ ਆ ਘਿਓ ਵਿੱਚ ਪਕਾ ਕੇ, ਤੇ ਸੰਘਣੀ ਲੱਸੀ ਲੈ ਕੇ ਜਾਣੀ ਹੈ, ਖੱਟੀ ਬਹੁਤੀ ਨਾ ਹੋਵੇ, ਹੱਥੀਂ ਚੱਕੀ ਪੀ ਕੇ ਇੰਨੀ ਮਿਹਨਤ ਕਰਕੇ ਤੇ ਫੇਰ ਸੁੰਦਰ ਪ੍ਰਸ਼ਾਦੇ ਸੁਚਮ ਦੇ ਨਾਲ ਤਿਆਰ ਕਰਕੇ ਤੇ ਲੈ ਕੇ ਜਾਣੇ ਆ, ਪੈਰੋਂ ਨੰਗੇ ਜਾਣਾ ਹੈ। ਇਸ ਤਰ੍ਹਾਂ ਇਹ ਭੇਟਾ ਉੱਥੇ ਲੈ ਕੇ ਜਾਓ ਤੁਸੀਂ। ਨਿਜ ਸਿਰ ਤਾਰ ਗਮਨਾ ਤੇ ਸਪਾਸ। ਤੇ ਕਿਸੇ ਹੋਰ ਨੂੰ ਨਹੀਂ ਚੁਕਾਉਣੀ, ਆਪ ਸਿਰ ਤੇ ਧਰ ਕੇ ਤੇ ਬੀੜ ਵੱਲ ਜਾਣਾ ਤੁਸਾਂ ਨੇ। ਤਾਜ ਗਿਣਤੀ ਬਿਨਤੀ ਕੋਪਨੀय ਹੈ। ਤੇ ਗਿਣਤੀਆਂ ਛੱਡ ਦੇਣੀਆਂ ਵੀ ਅਸੀਂ ਗੁਰੂ ਕੇ ਆ, ਵੀ ਨੰਗੇ ਪੈਰੀ ਕਿਉਂ ਜਾਈਏ, ਅਸੀਂ ਵੱਡੇ ਹਾਂ, ਨੰਗੇ ਪੈਰ ਜਾਣਾ ਹੈ। ਤੇ ਗਿਣਤੀਆਂ ਮਿਣਤੀਆਂ ਛੱਡ ਦੇਣੀਆਂ, ਬਸ ਬੇਨਤੀ ਕੱਲੀ ਯਾਦ ਰੱਖਣੀ, ਨੀਵੇਂ ਹੋ ਕੇ ਜਾਣਾ ਹੈ। ਹੋਏ ਕਿਰਪਾਲ ਤਬ ਸਭ ਗੁਣ ਰਾਸ। ਤੇ ਸਾਰੇ ਗੁਣਾਂ ਦੀ ਰਾਸ ਬਾਬਾ ਬੁੱਢਾ ਸਾਹਿਬ ਜੀ ਇਹ ਗੰਗਾ ਤਦੋਂ ਫਿਰ ਵੇਖ ਲੈਣਾ, ਬਹੁਤ ਪ੍ਰਸੰਨ ਹੋਵਣਗੇ। ਦੇਹ ਸੋ ਬਾਰ ਕੋ ਇੱਛਾ ਪੂਰਾ ਹੈ। ਤੇ ਤੁਹਾਡੀ ਇੱਛਾ ਪੂਰੀ ਕਰਨਗੇ, ਤੁਹਾਨੂੰ ਸ੍ਰੇਸ਼ਟ ਪੁੱਤਰ ਹੋਣ ਦਾ ਵਰਦਾਨ ਦੇਵਣਗੇ। ਲਖਹੁ ਨਿਸੰਸੈ ਲਿਹੋ ਸੁਤ ਆਸ। ਤੇ ਜਾਣ ਲਓ ਗੰਗਾ ਤੁਸੀਂ ਪੁੱਤਰ ਦੀ ਆਸ ਜ਼ਰੂਰ ਪੂਰੀ ਹੋਵੇਗੀ, ਇਸ ਗੱਲ ਦਾ ਸੰਸਾ ਨਾ ਰੱਖਣਾ। ਆਤ ਉੱਤਮ ਹੋਏ ਬਲੀ ਬਿਲਿੰਦਾ ਹੈ। ਤੇ ਪੁੱਤਰ ਵੀ ਸਾਧੂ ਦੀ ਸੇਵਾ ਚ ਐਸਾ ਪ੍ਰਾਪਤ ਹੋਵੇਗਾ, ਅਤਿਸ਼ੇ ਕਰਕੇ ਜਾਂ ਬਹੁਤਾ ਹੀ ਉੱਤਮ ਸ਼੍ਰੇਸ਼ਟ ਹੋਵੇਗਾ, ਬਹੁਤ ਪ੍ਰਤੱਖ ਮਹਾਬਲੀ ਯੋਧਾ ਹੋਵੇਗਾ। ਸੇਵਾ ਹੈ ਜਿਤਿਕ ਬਨ ਹੈ ਸਾਮਦਾਸ। ਤੇ ਜਿਹੜੇ ਵੀ ਉਹਦੀ ਸੇਵਾ ਕਰਨਗੇ ਉਹ ਦਾਸਾਂ ਭਾਵ ਰੱਖ ਕੇ ਉਸ ਮਹਾਬਲੀ ਤੁਹਾਡੇ ਸਾਹਿਬਜ਼ਾਦੇ ਦੇ ਚਰਨੀ ਪਿਆ ਕਰਨਗੇ। ਸੁਣ ਆਨੰਦ ਕੀਏ ਮਨ ਆਨੰਦ। ਤੇ ਸੁਣ ਕਰਕੇ ਨਾ ਮਾਤਾ ਗੰਗਾ ਜੀਆਂ ਨੇ ਇਹ ਸੁਣ ਆਨੰਦ ਕੀਏ ਮਨਹੁ ਆਨੰਦ ਭਾ, ਇੱਥੇ ਵਿਸ਼ਰਾਮ ਲੱਗੇਗਾ। ਸੁਣ ਕੇ ਮਾਤਾ ਗੰਗਾ ਜੀਆਂ ਬਹੁਤ ਆਨੰਦ ਕੀਤਾ, ਮਾਨੋ ਮਹਾਰਾਜ ਦੇ ਬਚਨ ਸੁਣ ਕੇ ਉਹ ਲੱਗੇ ਵੀ ਜਿਵੇਂ ਹੁਣੇ ਹੀ ਪੁੱਤਰ ਪ੍ਰਾਪਤ ਹੋ ਗਿਆ ਹੋਵੇ। ਨੀਠੋ ਨੀਠੋ ਨੇ ਸੁਕੀਨ ਬਤੀਤ। ਤੇ ਮਸਾਂ ਹੁਣ ਰਾਤ ਨਹੀਂ ਲੰਘਦੀ ਵੀ ਕਿਹੜਾ ਵੇਲਾ ਹੋਵੇ, ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਈਏ। ਰਾਤ ਨਹੀਂ ਲੰਘਦੀ ਹੈ, ਮਸਾਂ ਰਾਤ ਬਤੀਤ ਕੀਤੀ ਹੈ। ਜਾਗਰਤ ਰਹੀ ਚੌਪ ਅਤ ਉਪਜੀ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ
ਮਾਤਾ ਗੰਗਾ ਜੀ ਉੱਠੇ ਅੰਮ੍ਰਿਤ ਵੇਲੇ ਵੱਡੇ ਹੀ ਤੜਕੇ, ਬੜੀ ਇੱਛਾ ਹੋ ਰਹੀ, ਖੁਸ਼ੀ ਹੋ ਰਹੀ ਹੈ। ਅੰਮ੍ਰਿਤ ਵੇਲਾ ਮੁਜਨ ਕੀਤ, ਅੰਮ੍ਰਿਤ ਵੇਲੇ ਮਾਤਾ ਜੀਆਂ ਇਸ਼ਨਾਨ ਪਾਣੀ ਕੀਤਾ ਹੈ। ਸੁੰਦਰ ਅੰਨ ਸੁਧਾਰਿਓ ਰੁਚਕਾਰ, ਤੇ ਬੜੇ ਪ੍ਰੇਮ ਦੇ ਨਾਲ ਨਾ, ਚਾਵਾਂ ਦੇ ਨਾਲ ਪਹਿਲਾਂ ਫਿਰ ਅੰਨ ਸੋਧਿਆ। ਪਹਿਲਾਂ ਉਹ ਦਾਣੇ ਜਿਹੜੇ ਵੈ, ਪਹਿਲਾਂ ਹੁਣ ਵੇਖਦੇ ਸਾਂ ਛੋਟੇ ਹੁੰਦੇ ਅੱਗੇ ਮਾਈਆਂ ਭਿਉਂ ਕੇ ਕਣਕ ਪਿਆਇਆ ਕਰਦੇ ਸੀਗੇ, ਤੋ ਇਸ ਤਰ੍ਹਾਂ ਪਹਿਲਾਂ ਕਣਕ ਭਿਉਂ ਕਰਕੇ ਉਹਨੂੰ ਚੰਗੀ ਤਰ੍ਹਾਂ ਛੋਲਿਆਂ ਨੂੰ ਵੀ ਸੋਧ ਕੇ ਮਲ ਮਲ ਕੇ ਧੋਤਾ, ਅੰਨ ਸੋਧਣਾ ਕੀਤਾ ਹੈ। ਪੀਸਣ ਲੱਗੀ ਆਪ ਉੱਠ ਪ੍ਰੀਤ, ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬੜੇ ਪ੍ਰੇਮ ਦੇ ਨਾਲ ਚੱਕੀ ਵਿੱਚ ਪਾ ਕੇ ਦਾਣੇ ਮਾਤਾ ਜੀ ਆਪ ਪੀਸ ਰਹੇ ਹੈ। ਦਾਸੀ ਜਾਚ ਰਹੀ ਬਹੁ ਤੇਰੀ, ਉਹਨੇ ਨੂੰ ਦਾਸੀਆਂ ਉੱਠ ਕਰਕੇ ਜਾਗ ਗਈਆਂ। ਉਹ ਆ ਕੇ ਮਾਤਾ ਜੀ ਪਾਸੋਂ ਮੰਗਦੀਆਂ ਵੀ ਮਾਤਾ ਜੀ ਤੁਸੀਂ ਨਾ ਖੇਚਲ ਕਰੋ, ਵੀ ਅੱਗੇ ਅੱਜ ਤੀਕਰ ਤੁਹਾਨੂੰ ਅਸੀਂ ਚੱਕੀ ਭਲਾ ਪੀਣ ਦਿੱਤੀ, ਜਿਹੜੀ ਹੁਣ ਪੀਓਗੇ ਲਿਆਓ ਇਹ ਸੇਵਾ ਸਾਨੂੰ ਦਿਓ, ਤੁਸੀਂ ਬੈਠੋ ਅਸੀਂ ਆਪੇ ਕਰ ਦੇਵਾਂਗੇ। ਦਾਸੀਆਂ ਉੱਥੇ ਮਾਤਾ ਜੀ ਪਾਸੋਂ ਚੱਕੀ ਦੀ ਮੰਗਦੀਆਂ ਵੀ ਸਾਨੂੰ ਇਹ ਸੇਵਾ ਦੇ ਦਿਓ ਮਾਤਾ ਜੀ, ਅਸੀਂ ਆਪੇ ਪੀ ਲਵਾਂਗੀਆਂ। ਉਹ ਸੇਵਾ ਦਾਸੀਆਂ ਵਾਰ-ਵਾਰ ਆਖਦੀਆਂ ਹਨ। ਤਰਜ ਤਰਜ ਬਰ ਜੀ ਦੇ ਢਚੀਤ, ਤੇ ਮਾਤਾ ਗੰਗਾ ਜੀਆਂ ਦੇ ਮਨ ਵਿੱਚ ਬੜਾ ਭਰੋਸਾ ਹੈ ਵੀ ਅਸੀਂ ਆਪ ਹੀ ਸੇਵਾ ਕਰੀਏ, ਉਹ ਜਿੰਨੀ ਹੋ ਸਕੇ। ਤੇ ਝਿੜਕ ਕੇ ਦਾਸੀਆਂ ਨੂੰ ਆਖ ਦਿੱਤਾ ਵੀ ਪਿੱਛੇ ਹੋ ਜਾਓ, ਕੋਈ ਅੱਜ ਸਾਡੇ ਲਾਗੇ ਨਾ ਆਵੇ, ਸਾਰੀ ਸੇਵਾ ਅਸੀਂ ਆਪਦੇ ਹੱਥੀਂ ਕਰਾਂਗੇ। ਦਾਸੀਆਂ ਨੂੰ ਵਰਜ ਦਿੱਤਾ ਹੈ। ਆਪਹਿ ਕਰੀ ਪਕਾਵਣ ਕ੍ਰਿਤ ਜਤ, ਆਪ ਹੀ ਉਹ ਦਾਣੇ ਪੀਸੇ, ਚੱਕੀ ਪੀਸੇ, ਆਟਾ ਕੱਢਿਆ, ਆਪ ਹੀ ਫਿਰ ਘਿਓ ਪਾ ਕੇ ਉਹ ਸੋਹਣੀ ਰੋਟੀ ਪਕਾਉਣਾ ਕੀਤੀ ਹੈ। ਪੰਚਨ ਕੋ ਪ੍ਰਸ਼ਾਦ ਕਰ ਤਿਆਰ, ਤੇ 5 ਕੁ ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰ ਲਿਆ ਵੀ ਜਿਹਦੇ ਨਾਲ 5 ਕੁ ਸਿੱਖਾਂ ਦਾ ਪ੍ਰਸ਼ਾਦਾ ਹੋ ਜਾਵੇ। 5 ਸਿੱਖਾਂ ਦਾ ਪ੍ਰਸ਼ਾਦਾ ਸੁੰਦਰ ਇਸ ਤਰ੍ਹਾਂ ਬਣਾਇਆ ਹੈ। ਛਾਛ ਧੂਪ ਦੇ ਸੰਘਣੀ ਸਵਾਦਲ, ਤੇ ਧੂਪ ਦੇ ਕੇ ਉਹ ਕੋਰੇ ਕੁੱਜੇ ਨੂੰ ਉਹਦੇ ਵਿੱਚ ਸੰਘਣੀ ਲੱਸੀ ਪਾ ਲਈ ਹੈ। ਗਠੇ ਸਹਿਤ ਨਿਜ ਸਿਰ ਪਰ ਧਾਰ, ਤੇ 5-4 ਮੋਟੇ ਗੰਢੇ ਰੱਖੇ ਐ। ਇਹ ਸਾਰਾ ਕੁਝ ਬੰਨ ਕੇ ਟੋਕਰੀ ਚ ਪਾ ਮਾਤਾ ਗੰਗਾ ਜੀਆਂ ਸੀਸ ਤੇ ਰੱਖ ਲਿਆ ਹੈ। ਚਰਨ ਨਗਨ ਗਮਨੀ ਤਾਬ ਮਾਰਗ, ਤੇ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਤੋਂ ਚੱਲ ਕੇ ਧੰਨ ਧੰਨ ਮਾਤਾ ਗੰਗਾ ਜੀ, ਪੈਦਲ ਖਾਲਸਾ ਜੀ, ਬੀੜ ਬਾਬਾ ਬੁੱਢਾ ਸਾਹਿਬ ਦਾ ਸਥਾਨ ਵੇਖੋ ਕਿੱਥੇ ਹੈ। ਇੱਥੇ ਨੰਗੇ ਪੈਰੀ ਤਾਂ ਚੱਲ ਕੇ ਆਏ ਹਨ। ਦਾਸੀ ਦੋ ਇੱਕ ਚੱਲੀ ਪਿਛਾਰ, ਆਖਿਆ ਸਾਡੇ ਨਾਲ ਕੋਈ ਨਾ ਜਾਵੇ, ਸਿਰਫ 2 ਦਾਸੀਆਂ ਮਾਤਾ ਜੀ ਦੇ ਪਿੱਛੇ ਤੁਰ ਪਈਆਂ ਹਨ। ਅਪਰ ਬਰਜ ਕਰ ਸਰਬ ਹਟਾਏ, ਬਾਕੀ ਸਾਰੇ ਹੀ ਮੋੜ ਦਿੱਤੇ ਪਿੱਛੇ, ਭਾਈ ਅੱਜ ਸਾਡੇ ਨਾਲ ਕੋਈ ਹੋਰ ਨਹੀਂ ਜਾਵੇਗਾ। ਤਉ ਦੂਰ ਹੋਏਗਾ ਮਣੇ ਲਾਰ, ਫਿਰ ਵੀ ਗੁਰੂ ਕੇ ਮਹਿਲ ਸਨ, ਮਾਤਾ ਜੀ ਦਾ ਸਤਿਕਾਰ ਕਰਦੇ ਆ। ਮਾਤਾ ਜੀ ਜਦੋਂ ਅੱਗੇ ਚੱਲ ਗਏ 2 ਦਾਸੀਆਂ ਲੈ ਕੇ, ਕੁਝ ਕੁ ਸਿੱਖ ਜਿਹੜੇ ਆ ਕਾਫੀ ਵਿੱਥ ਪਾ ਕਰਕੇ ਤੁਰੇ ਆਉਂਦੇ ਹਨ। ਭਇਓ ਸ਼੍ਰਾਮ ਗਮਨੀ ਜਬ ਮਾਰਗ, ਤੇ ਮਾਤਾ ਗੰਗਾ ਜੀ ਜਦੋਂ ਇੱਥੋਂ ਚੱਲਦੇ ਹੋਏ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਕੇ ਮਹਿਲ ਨਾਮੇ ਸਥਾਨ ਤੋਂ ਤੁਰੇ ਨੰਗੇ ਪੈਰੀ ਜਦੋਂ ਇਸ ਬੀੜ ਵਾਲੇ ਸਥਾਨ ਵੱਲ ਆਏ ਆ, ਤੇ ਰਸਤਾ ਲੰਮਾ ਹੋਣ ਕਰਕੇ ਭਾਵੇਂ ਬਹੁਤ ਥਕਾਵਟ ਹੋ ਰਹੀ ਹੈ, ਤਉ ਨਾ ਲਿਆਵਤ ਪੀ ਮਨ ਮਾਹੇ, ਪਰ ਪੁੱਤਰ ਦੀ ਬੜੀ ਪ੍ਰਬਲ ਇੱਛਾ। ਮਾਤਾ ਗੰਗਾ ਜੀ ਮਨ ਵਿੱਚ ਥਕਾਵਟ ਬਾਬਤ ਮਾਸਾ ਵੀ ਨਹੀਂ ਲਿਆਉਂਦੇ ਵੀ ਥੱਕ ਗਏ ਹੋਵਾਂਗੇ। ਸੀਸ ਉਠਾਇਓ ਦੁਖਤ ਭਇਓ ਬਹਾ, ਤੇ ਸਿਰ ਬਾਹਾਂ ਅਕੜ ਗਈਆਂ, ਸਿਰ ਤੇ ਟੋਕਰੀ ਚੁੱਕ ਕਰਕੇ ਬੜਾ ਸਰੀਰ ਦੁਖਦਾ ਹੈ। ਗਿਨ ਹੈ ਨਹੀਂ ਚਿਤ ਚੌਪ ਸੁਤਾਹੇ, ਪਰ ਮਨ ਵਿੱਚ ਕੇਵਲ ਤੇ ਕੇਵਲ ਬ੍ਰਹਮ ਗਿਆਨੀ ਸਾਧੂ ਦੀ ਸੇਵਾ ਦਾ ਇੰਨਾ ਚਾਅ ਹੈ ਕਿ ਮਨ ਵਿੱਚ ਮਾਸਾ ਵੀ ਦੁੱਖ ਨਹੀਂ ਹੋ ਰਿਹਾ। ਚਾਹੇ ਬਾਹਾਂ ਅਕੜ ਗਈਆਂ, ਤੁਰ ਕੇ ਲੱਤਾਂ ਜਿਹੜੀਆਂ ਰਹਿ ਗਈਆਂ ਹਨ, ਫਿਰ ਵੀ ਮਾਤਾ ਜੀ ਦੇ ਮਨ ਵਿੱਚ ਰਾਈ ਮਾਤਰ ਵੀ ਦੁੱਖ ਨਹੀਂ ਪ੍ਰਤੀਤ ਹੁੰਦਾ ਹੈ। ਮਹਿਮਾ ਸਿੱਖਣ ਕੀ ਵੱਡ ਪਰਖਤ, ਵੱਡ ਸਿੱਖਾਂ ਦੀ ਜਿਹੜੀ ਮਹਾਨ ਮਹਿਮਾ ਜਿਹੜੀ ਪਰਖਣ ਵਾਲੀ ਹੈ। ਧਰਹਿ ਪਾਵ ਗੁਰ ਸੇਵਕ ਮਾਹੇ, ਹਾਂ, ਜਿਹੜੇ ਗੁਰੂ ਦੀ ਸੇਵਾ ਕਰਦੇ ਆ, ਗੁਰੂ ਦੇ ਸੇਵਕਾਂ ਤੇ ਭਾਰੀ ਭਾਵਨਾ ਰੱਖਦੇ ਆ, ਪਰਖ ਤਾਂ ਇਸ ਤਰ੍ਹਾਂ ਵੱਡੇ ਸਿੱਖਾਂ ਦੀ ਸੇਵਾ ਵਿੱਚ ਹੁੰਦੀ ਹੈ। ਕੌਣ ਵਸਤ ਹੈ ਦੁਲਭ ਤਿਨਹਾ ਕਹਾ, ਕਿਉਂਕਿ ਗੁਰੂ ਕੇ ਸਿੱਖਾਂ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਦੇ ਪਾਸ ਕਿਹੜੀ ਵਸਤੂ ਹੈ ਭਾਈ ਜਿਹੜੀ ਨਾ ਹੋਵੇ, ਜਿਹੜੀ ਨਾ ਦੇ ਸਕਾ ਨਾ। ਧੰਨ ਪੁਰਖ ਸਭ ਵਿਖੈ ਕਹਾਹੇ, ਉਹ ਤਾਂ ਸਾਰਿਆਂ ਦੇ ਵਿੱਚ ਪੁਰਖ ਧਨਤਾ ਯੋਗ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਕਹਾਉਂਦੇ ਹਨ। ਪਹੁੰਚੀ ਜਾਏ ਸੋ ਬੀਚ ਭੀੜ ਕੇ, ਇਸ ਤਰ੍ਹਾਂ ਮਾਤਾ ਗੰਗਾ ਜੀ ਜਿਹੜੇ ਵੈ
ਉਹ ਬੀੜ ਸਾਹਿਬ ਦੇ ਪਾਵਨ ਸਥਾਨ, ਜਿੱਥੇ ਖਾਲਸਾ ਜੀ ਹੁਣ ਬੀੜ ਬਾਬਾ ਬੁੱਢਾ ਸਾਹਿਬ ਦਾ ਸਥਾਨ ਹੈ, ਇੱਥੇ ਮਾਤਾ ਗੰਗਾ ਜੀ ਪਹੁੰਚੇ ਨੰਗੇ ਪੈਰੀਂ 2-4 ਦਾਸੀਆਂ ਦੇ ਸਮੇਤ, ਤੇ ਬੜਾ ਦਾਸਾ ਭਾਵ ਲੈ ਕਰਕੇ ਨਿਮਰਤਾ ਸਹਿਤ ਪਹੁੰਚ ਕਰਕੇ ਜਿਵੇਂ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਸ ਫਿਰ ਬੇਨਤੀਆਂ ਕੀਤੀਆਂ, ਤੇ ਬਾਬਾ ਬੁੱਢਾ ਸਾਹਿਬ ਜੀਆਂ ਵੀ ਫਿਰ ਇਉਂ ਪ੍ਰੇਮ ਜਤਾਇਆ ਜਿਵੇਂ ਫਿਰ ਇੱਕ ਪੁੱਤਰ ਦਾ ਮਾਤਾ ਨਾਲ ਹੁੰਦਾ। ਚਾਹੇ ਉਮਰ ਵਿੱਚ ਵੱਡੇ ਸਨ, ਪਰ ਸਤਿਗੁਰਾਂ ਦੇ ਮਹਿਲ ਹੋਣ ਕਰਕੇ ਮਾਤਾ ਜੀ ਕਹਿੰਦੇ ਸੀ, ਗੰਗਾ ਜੀ ਨੂੰ ਮਾਤਾ ਗੰਗਾ ਜੀ ਆਖਦੇ ਸਨ। ਤੋ ਦੱਸਿਆ ਫਿਰ ਬਾਬਾ ਜੀ, ਆਖਿਆ ਮਾਤਾ ਜੀ ਅਸੀਂ ਵੀ ਰਾਤ ਦਾ ਪ੍ਰਸ਼ਾਦਾ ਨਹੀਂ ਛਕਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਵੀ ਇੱਧਰ ਪੂਰਨ ਪੁਰਖ ਸਨ, ਤੇ ਆਖਿਆ ਅਸੀਂ ਵੀ ਰਾਤ ਦਾ ਪ੍ਰਸ਼ਾਦਾ ਨਹੀਂ ਛਕਿਆ। ਤੇ ਪੁੱਤਰ ਨੂੰ ਜਦੋਂ ਭੁੱਖ ਲੱਗਦੀ ਫਿਰ ਮਾਂ ਦਾ ਕਲੇਜਾ ਵਲੂੰਦਰਿਆ ਜਾਂਦਾ, ਸਾਡੀ ਮਾਂ ਪ੍ਰਸ਼ਾਦੇ ਲੈ ਕੇ ਆਈ ਹੈ। ਰੱਜ ਰੱਜ ਕੇ ਫਿਰ ਬਾਬਾ ਬੁੱਢਾ ਸਾਹਿਬ ਦੀਆਂ ਪ੍ਰਸ਼ਾਦੇ ਛਕੇ, ਤੇ ਨਾਲ ਫਿਰ ਜਦੋਂ ਬਿਜਲੀ ਲਸ਼ਕੇ, ਉਹ ਮੌਸਮ ਇਹੋ ਜਿਹਾ ਬਣਿਆ, ਫਿਰ ਗਿਣ ਗਿਣ ਕੇ ਬਾਬਾ ਬੁੱਢਾ ਸਾਹਿਬ ਜੀਆਂ ਵਰਦਾਨ ਦਿੱਤੇ। ਸੰਗਤਾਂ ਖੁਸ਼ ਹੋਈਆਂ, ਮਾਤਾ ਗੰਗਾ ਜੀ ਦਾ ਚਿੱਤ ਪ੍ਰਸੰਨ ਹੋਇਆ। ਉਹ ਫਿਰ ਸਮਾਂ ਪਾ ਕਰਕੇ ਅਜਾਨ ਬਾਹੋ ਬੰਦੀ ਛੋੜ ਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਅਵਤਾਰ ਧਾਰਨਾ। ਅੱਗੇ ਜਿਵੇਂ ਕਥਾ ਆਵੇਗੀ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਇੱਥੇ ਸਮਾਪਤੀ ਹੈ। ਗਰੀਬ ਨਵਾਜ ਅਬ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਿਮਾ ਸਿੱਖਣ ਕੀ ਵੱਡ ਪਰਖਤ, ਤਰਹਿ ਪਾਵ ਗੁਰ ਸੇਵਕ ਮਾਹੇ। ਕੌਣ ਵਸਤ ਹੈ ਦੁਲਭ ਤਿਨ੍ਹਾ ਕਹਾ, ਧੰਨ ਪੁਰਖ ਸਭ ਬਿਖੈ ਕਹਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।